लैके हाजिर अपना खास शो हैल्थ मंत्रा। ਅੱਜ ਜਿਹੜੇ ਡਾਕਟਰ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਅੱਖਾਂ ਦੇ ਮਾਹਿਰ ਨੇ, ਜਾਣੀ ਕਿ ਆਈ ਸਪੈਸ਼ਲਿਸਟ ਨੇ। ਅੱਜ ਕੱਲ ਕਿਉਂ ਜਿਹੜਾ ਅੱਖਾਂ ਦੇ ਜ਼ਿਆਦਾ ਸਟ੍ਰੈਸ ਬਣਦੀ ਜਾ ਰਹੀ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣਗੇ ਡਾਕਟਰ ਮਨਮੋਹਨ ਕੌਸ਼ਲ ਜੀ। ਨਿਗਾਹ ਬਹੁਤ ਘਟਦੀ ਆ ਜਾਂ ਸਟ੍ਰੈਸ 'ਚ ਬੰਦਾ ਰਹਿੰਦਾ, ਕਾਰਨ ਕੀ ਹੈ? ਨਜ਼ਰ ਨਹੀਂ ਹੁੰਦੀ ਜਾਂ ਬਲਾਈਂਡ ਹੁੰਦੇ ਆ, ਉਹਨਾਂ ਨੂੰ ਇਹਦੀ ਕੀਮਤ ਦਾ ਜ਼ਿਆਦਾ ਪਤਾ ਹੈ। ਕਈ ਵਾਰੀ ਜਮਾਂਦਰੂ ਹੁੰਦਾ ਹੈ, ਸ਼ੁਰੂ ਤੋਂ ਹੀ ਨਜ਼ਰ ਕਮਜ਼ੋਰ ਹੁੰਦੀ ਹੈ, ਕਈ ਵਾਰੀ ਬਾਅਦ ਦੇ ਵਿੱਚ ਸਪੈਕਟਸ ਲੱਗ ਜਾਂਦੇ ਨੇ। ਵੱਡਾ ਕਾਰਨ ਕੀ ਹੈਗਾ ਆ? ਕਿ ਇਹ ਆ ਕਿ ਜ਼ਿਆਦਾ ਅੱਜ ਕੱਲ ਅਸੀਂ ਜਿਹੜੀ ਟੈਕਨੋਲੋਜੀ ਮੋਬਾਈਲ ਜਾਂ ਟੀਵੀ ਦਾ ਯੂਜ਼ ਕਰਨਾ। ਰਿਫਰੈਕਟਿਵ ਐਰਰ ਦੋ ਤਰ੍ਹਾਂ ਦੇ ਹੁੰਦੇ ਨੇ, ਮਾਇਓਪੀਆ ਔਰ ਹਾਈਪਰਮੈਟਰੋਪੀਆ। ਅਗਰ ਮਾਂ-ਬਾਪ ਨੂੰ ਐਨਕ ਲੱਗੀ ਹੋਈ ਹੈ ਤਾਂ ਚਾਂਸਸ ਹੋ ਜਾਂਦੇ ਆ ਕਿ ਬੱਚਿਆਂ ਨੂੰ ਵੀ ਐਨਕ ਲੱਗਦੀ ਹੈ। ਔਰ ਛੋਟੇ ਬੱਚਿਆਂ ਨੂੰ ਵੀ ਮੋਬਾਈਲ ਦਾ ਇੱਕ ਬਹੁਤ ਹੀ ਜ਼ਿਆਦਾ ਚਸਕਾ ਪੈ ਗਿਆ ਔਰ ਉਹਦੇ ਕਾਰਨ ਵੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ। ਇੰਡੀਅਨਸ ਦੇ ਵਿੱਚ 37, 38 ਔਰ ਫੋਰਨਰਸ ਦੇ ਵਿੱਚ ਨੀਅਰ ਅਬਾਊਟ 40 ਦੇ ਵਿੱਚ ਜਾ ਕੇ ਨੀਅਰ ਵਿਜ਼ਨ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਇਹ ਬਿਮਾਰੀ ਨਹੀਂ ਹੈ, ਇਹ ਨੈਚੁਰਲ ਫਿਨੋਮੀਨਾ ਹੈ ਔਰ ਇਹਨੂੰ ਅਸੀਂ ਪ੍ਰੈਸ ਬਾਇਓਪੀਆ ਕਹਿੰਦੇ ਹਾਂ। ਕੁਝ ਦਵਾਈਆਂ ਵੀ ਐਸੀਆਂ ਹੈ ਜਿਨ੍ਹਾਂ ਦੇ ਲੌਂਗ ਯੂਜ਼ ਦੇ ਨਾਲ ਕੈਟਰੈਕਟ ਜਿਹੜਾ ਹੈ ਜਲਦੀ ਆ ਜਾਂਦਾ ਹੈ, ਇੰਟਰਾਕੂਲਰ ਲੈਂਸ ਜਿਹੜਾ ਉਹ ਪੈ ਜਾਂਦਾ ਹੈ। ਕਾਲਾ ਮੋਤੀਆ ਕੀ ਹੁੰਦਾ ਹੈ? ਜੇ ਅਕਿਊਟ ਅਟੈਕ ਹੋ ਜਾਏ ਤਾਂ ਅੱਖ ਲਾਲ ਹੋ ਜਾਂਦੀ ਹੈ, ਦਰਦ ਉੱਠਦਾ ਹੈ, ਵੋਮਿਟਿੰਗ ਹੁੰਦੀ ਹੈ ਔਰ ਅਕਿਊਟ ਅਟੈਕ ਦੇ ਵਿੱਚ ਨਜ਼ਰ ਚਲੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਅਰਲੀ ਜਿਹੜੀਆਂ ਨਿਸ਼ਾਨੀਆਂ ਜੇ ਉਹ ਇਹ ਹੁੰਦਾ ਕਿ ਧੁੰਦਲਾ ਦਿਖਦਾ ਹੈ ਔਰ ਕਈ ਦਫਾ ਕਾਲੇ ਮੋਤੀਏ ਕਰਕੇ ਹੈਵੀਨੈਸ ਹੋ ਜਾਂਦੀ ਹੈ, ਅੱਖਾਂ ਦੇ ਵਿੱਚ ਭਾਰੀਪਨ ਆ ਜਾਂਦਾ ਹੈ। ਜਿਹੜੀ ਬਾਕੀ ਨਰਵਜ਼ ਨੇ ਉਹ ਦਵਾਈਆਂ ਨਾਲ ਰੀਜਨਰੇਟ ਹੋ ਜਾਂਦੀਆਂ ਨੇ, ਪਰ ਆਪਟਿਕ ਨਰਵ ਹੀ ਹੈ ਬੋਡੀ ਵਿੱਚ ਜਿਹੜੀ ਦੁਬਾਰਾ ਰੀਜਨਰੇਟ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ ਲੈ ਕੇ ਹਾਜ਼ਰ ਆਪਣਾ ਖਾਸ ਸ਼ੋ ਹੈਲਥ ਮੰਤਰਾ। ਹੈਲਥ ਮੰਤਰਾ ਸ਼ੋ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਡਾਕਟਰਸ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ। ਐਸੇ ਡਾਕਟਰ ਜਿਹੜੇ ਕਿ ਤੁਹਾਨੂੰ ਸਲਾਹ ਵੀ ਦਿੰਦੇ ਆ, ਜਿਨ੍ਹਾਂ ਦੀ ਸਲਾਹ ਦੇ ਉੱਤੇ ਤੁਸੀਂ ਆਪਣਾ ਬਚਾਅ ਵੀ ਕਰ ਸਕਦੇ ਹੋ। ਅੱਜ ਜਿਹੜੇ ਡਾਕਟਰ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਅੱਖਾਂ ਦੇ ਮਾਹਿਰ ਨੇ, ਜਾਣੀ ਕਿ ਆਈ ਸਪੈਸ਼ਲਿਸਟ ਨੇ। ਅੱਖਾਂ, ਸਿਆਣੇ ਕਹਿੰਦੇ ਕਿ ਅੱਖਾਂ ਜੇ ਚਲੇ ਜਾਣ ਤਾਂ ਦੁਨੀਆ ਦੇ ਤੁਸੀਂ ਰੰਗ ਨਹੀਂ ਮਾਣ ਸਕਦੇ। ਹਰ ਰੰਗ ਤੁਹਾਡੇ ਲਈ ਫਿੱਕਾ ਹੋ ਜਾਏਗਾ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਚੱਲਦਾ, ਕਿਉਂਕਿ ਅੱਖਾਂ ਦੇ ਉੱਤੇ ਹੀ ਅਸੀਂ ਨਿਰਭਰ ਰਹਿੰਦੇ ਹਾਂ। ਸੋ ਆਪਣੀਆਂ ਅੱਖਾਂ ਨੂੰ ਕਿਵੇਂ ਬਚਾਇਆ ਜਾਵੇ, ਕਿਹੜੀਆਂ ਬਿਮਾਰੀਆਂ ਲੱਗਦੀਆਂ, ਅੱਜ ਕੱਲ ਕਿਉਂ ਜਿਹੜਾ ਅੱਖਾਂ ਦੇ ਜ਼ਿਆਦਾ ਸਟ੍ਰੈਸ ਬਣਦੀ ਜਾ ਰਹੀ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣਗੇ ਡਾਕਟਰ ਮਨਮੋਹਨ ਕੌਸ਼ਲ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਸਵਾਲ ਵੀ ਕਰਾਂਗੇ। ਬਹੁਤ ਬਹੁਤ ਸਵਾਗਤ ਹੈ। शुक्रिया जी जसप्रीत जी, बहुत बहुत शुक्रिया। तो मैं डॉक्टर मनमोहन कौशल, MD ऑप्थेल्मोलॉजी, आई स्पेशलिस्ट, और मैं इतने काफ़ी देर तो प्रैक्टिस करदा है। तो बहुत सारे श्रोताओं ਨੂੰ बहुत बहुत मेरी प्यार भरी नमस्कार, सत श्री अकाल। तो ਜੀ ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਅੱਖਾਂ ਦੀ, ਕਿਉਂਕਿ ਅੱਖਾਂ ਦੇ ਨਾਲ ਹੀ ਸਭ ਕੁਝ ਨਿਰਭਰ ਹੈ। ਅਸੀਂ ਹਰ ਕੁਝ, ਜੇ ਕੁਝ ਕੰਮ ਵੀ ਕਰਨਾ, ਕੁਝ ਵੀ ਕਰਨਾ, ਜੇ ਇੱਕ ਅੱਧਾ ਅੰਗ ਦੂਜਾ ਵੀ ਹੋ ਜਾਵੇ ਤਾਂ ਸਾਡੇ ਕੋਲ ਸਪੇਅਰ ਮਿਲਦਾ, ਪਰ ਅੱਖਾਂ ਐਸੀਆਂ ਨੇ ਕਿ ਕੁਝ ਅਸੀਂ ਇਸ ਤੋਂ ਬਿਨਾਂ ਨਹੀਂ ਕਰ ਸਕਦੇ। ਅੱਜ ਕੱਲ ਕਾਮਨ ਜਿਹੜੀ ਦਿੱਕਤ ਆ ਰਹੀ ਹੈ ਕਿ ਨਿਗਾਹ ਬਹੁਤ ਘਟਦੀ ਹੈ ਜਾਂ ਸਟ੍ਰੈਸ 'ਚ ਬੰਦਾ ਰਹਿੰਦਾ, ਕਾਰਨ ਕੀ ਹੈ? ਤੁਸੀਂ ਬਿਲਕੁਲ ਠੀਕ ਹੈ, ਅੱਖਾਂ ਬੜੀਆਂ ਨਿਆਮਤ ਹੈ। ਇਹ ਉਹਨਾਂ ਨੂੰ ਹੀ ਕੀਮਤ ਪਤਾ ਹੈ ਜਿਨ੍ਹਾਂ ਦੀ ਨਜ਼ਰ ਨਹੀਂ ਹੁੰਦੀ ਜਾਂ ਬਲਾਈਂਡ ਹੁੰਦੇ ਆ, ਉਹਨਾਂ ਨੂੰ ਇਹਦੀ ਕੀਮਤ ਦਾ ਜ਼ਿਆਦਾ ਪਤਾ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅੱਖਾਂ ਦੀ ਆਪਾਂ ਦੇਖਭਾਲ ਕਰੀਏ, ਇਹਨਾਂ ਨੂੰ ਠੀਕ ਰੱਖੀਏ ਮੌਕੇ ਸਿਰ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬੱਚਿਆਂ ਦੇ ਵਿੱਚ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਔਰ ਇਹ ਜਿਹੜਾ ਹੈ ਕਈ ਵਾਰੀ ਜਮਾਂਦਰੂ ਹੁੰਦਾ ਹੈ, ਸ਼ੁਰੂ ਤੋਂ ਹੀ ਨਜ਼ਰ ਕਮਜ਼ੋਰ ਹੁੰਦੀ ਹੈ, ਕਈ ਵਾਰੀ ਬਾਅਦ ਦੇ ਵਿੱਚ ਸਪੈਕਟਸ ਲੱਗ ਜਾਂਦੇ ਨੇ। ਸੋ ਜ਼ਰੂਰੀ ਹੈ ਕਿ ਇਹਨਾਂ ਨੂੰ ਰੋਕਣ ਵਾਸਤੇ ਆਪਾਂ ਕੁਝ ਕੈਂਪਸ ਲਗਾਈਏ ਔਰ ਕੁਝ ਸਕੂਲਾਂ ਦੇ ਵਿੱਚ ਸਕਰੀਨਿੰਗ ਕਰੀਏ ਬੱਚਿਆਂ ਦੀ, ਤਾਂ ਕਿ ਜਿਨ੍ਹਾਂ ਦੇ ਵਿੱਚ ਕੋਈ ਰਿਫਰੈਕਟਿਵ ਐਰਰ ਹੈ, ਨਜ਼ਰ ਕਮਜ਼ੋਰ ਹੈ, ਉਹਨਾਂ ਨੂੰ ਅਸੀਂ ਸਿਲੈਕਟ ਕਰਕੇ ਉਹਨਾਂ ਨੂੰ ਅਸੀਂ ਨੰਬਰ ਦਈਏ, ਐਨਕ ਲਗਾਈਏ, ਤਾਂ ਕਿ ਉਹਨਾਂ ਦੀ ਨਜ਼ਰ ਜਿਹੜੀ ਹੈ ਬਚ ਸਕੇ, ਹੋਰ ਜ਼ਿਆਦਾ ਖਰਾਬ ਨਾ ਹੋਵੇ। ਕਾਰਨ ਕੀ ਹੁੰਦਾ ਹੈ ਨਜ਼ਰ ਖਰਾਬ ਹੋਣ ਦਾ? ਵੱਡਾ ਕਾਰਨ ਕੀ ਹੈਗਾ ਆ? ਕਿ ਇਹ ਹੈ ਕਿ ਜ਼ਿਆਦਾ ਅੱਜ ਕੱਲ ਅਸੀਂ ਜਿਹੜੀ ਟੈਕਨੋਲੋਜੀ ਮੋਬਾਈਲ ਜਾਂ ਟੀਵੀ ਦਾ ਯੂਜ਼ ਕਰਨਾ। ਨਹੀਂ, ਇਹ ਜਿਹੜਾ ਹੁੰਦਾ ਹੈ ਰਿਫਰੈਕਟਿਵ ਐਰਰ ਦੋ ਤਰ੍ਹਾਂ ਦੇ ਹੁੰਦੇ ਨੇ, ਮਾਇਓਪੀਆ ਔਰ ਹਾਈਪਰਮੈਟਰੋਪੀਆ। ਮਾਇਓਪੀਆ ਨੂੰ ਅਸੀਂ ਸ਼ਾਰਟ ਸਾਈਟਡਨੈਸ ਵੀ ਕਹਿੰਦੇ ਹਾਂ, ਔਰ ਇਹ ਜਿਹੜਾ ਹੁੰਦਾ ਹੈ ਮਾਇਓਪੀਆ ਜਾਂ ਹਾਈਪਰਮੈਟਰੋਪੀਆ ਅੱਖਾਂ ਦੇ AP ਡਾਇਮੀਟਰ, ਐਂਟੀਰੋ ਪੋਸਟੀਰੀਅਰ ਡਾਇਮੀਟਰ ਦੇ ਉੱਤੇ ਡਿਪੈਂਡ ਕਰਦਾ ਹੈ। ਕਈ ਵਾਰੀ ਇਮੇਜ ਰੈਟਨਾ ਦੀ ਬਜਾਏ ਉਸ ਤੋਂ ਅੱਗੇ ਪੈਂਦਾ ਤਾਂ ਉਹਨੂੰ ਅਸੀਂ ਮਾਇਓਪੀਆ ਕਹਿ ਦਿੰਦੇ ਹਾਂ, ਅਗਰ ਪਿੱਛੇ ਪੈਂਦਾ ਤਾਂ ਉਹਨੂੰ ਹਾਈਪਰਮੈਟਰੋਪੀਆ ਕਹਿ ਦਿੰਦੇ ਹਾਂ। ਸੋ ਇਹਦੇ ਵਿੱਚ ਇਹ ਹੈ ਕਿ ਹੈਰੀਡਿਟੀ, ਅਗਰ ਮਾਂ-ਬਾਪ ਨੂੰ ਐਨਕ ਲੱਗੀ ਹੋਈ ਹੈ ਤਾਂ ਚਾਂਸਸ ਹੋ ਜਾਂਦੇ ਆ ਕਿ ਬੱਚਿਆਂ ਨੂੰ ਵੀ ਐਨਕ ਲੱਗਦੀ ਹੈ।
ਮਤਲਬ ਬੱਚਿਆਂ ਨੂੰ ਵੀ ਐਨਕ ਲੱਗ ਜਾਂਦੀ ਹੈ, ਪਰ ਫਿਰ ਬਹੁਤ ਸਾਰੇ ਕਈ ਵਾਰ ਅਸੀਂ ਮਾਪੇ ਵੀ ਘਰੇ ਕਹਿੰਦੇ ਆ ਕਿ ਜ਼ਿਆਦਾ ਨਿਗਾਹ ਨਹੀਂ ਲਾਉਣੀ ਜਾਂ ਜ਼ਿਆਦਾ ਨਿਗਾਹ ਲਾ ਕੇ ਨਹੀਂ ਕੋਈ ਚੀਜ਼ ਦੇਖਣੀ ਤਾਂ ਵੀ ਅੱਖਾਂ ਖਰਾਬ, ਕੀ ਇਹ ਵੱਡਾ ਕਾਰਨ ਹੋ ਸਕਦਾ? ਹਾਂ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਅੱਜ ਕੱਲ੍ਹ ਬੱਚੇ ਹੈ ਉਹ ਆਪਣਾ ਮੋਬਾਈਲ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਲਗਾਉਂਦੇ ਨੇ, ਔਰ ਛੋਟੇ ਛੋਟੇ ਬੱਚਿਆਂ ਨੂੰ ਵੀ ਮੋਬਾਈਲ ਦਾ ਇੱਕ ਬਹੁਤ ਹੀ ਜ਼ਿਆਦਾ ਚਸਕਾ ਪੈ ਗਿਆ, ਔਰ ਇਹ ਵੀ ਆਈਜ਼ ਦੇ ਉੱਤੇ ਸਟ੍ਰੇਨ ਪੈਂਦਾ ਹੈ, ਆਈਜ਼ ਥੱਕ ਜਾਂਦੀਆਂ ਨੇ, ਮਸਲ ਵੀਕ ਹੋ ਜਾਂਦੇ ਨੇ, ਔਰ ਉਹਦੇ ਕਾਰਨ ਵੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ। ਕੋਈ ਫਿਰ ਇਸ ਦਾ ਮਤਲਬ ਜੇ ਅਸੀਂ ਕਈ ਵਾਰ ਰਾਤ ਨੂੰ ਹਨੇਰੇ 'ਚ ਲਾਈਟਾਂ ਬੰਦ ਕਰਕੇ ਵੀ ਟੀਵੀ ਦੇਖ ਲੈਂਦੇ ਆ ਜਾਂ ਮੋਬਾਈਲ ਦੇਖ ਲੈਂਦੇ ਆ ਜਾਂ ਥੀਏਟਰ ਜ਼ਿਆਦਾ ਦੇਖਦੇ ਆ, ਤੇ ਇਹਦਾ ਵੀ ਅਸਰ ਪੈਂਦਾ? ਬਿਲਕੁਲ ਪੈਂਦਾ ਹੈ। ਜਿਹੜੀ ਲਾਈਟ ਹੈ ਪ੍ਰੋਪਰ ਲਾਈਟ ਤੁਹਾਡੇ ਪੈਣੀ ਚਾਹੀਦੀ ਹੈ, ਲਾਈਟ ਪਿੱਛੋਂ ਆਉਣੀ ਚਾਹੀਦੀ ਹੈ, ਔਰ ਜਿੱਥੇ ਤੁਸੀਂ ਕਿਤਾਬ ਜਾਂ ਕਾਪੀ ਪੜ੍ਹ ਰਹੇ ਹੋ ਉਹਦੇ ਉੱਤੇ ਲਾਈਟ ਪੈਣੀ ਚਾਹੀਦੀ ਹੈ, ਲਾਈਟ ਪਿੱਛੋਂ ਆਉਣੀ ਚਾਹੀਦੀ ਹੈ। ਪ੍ਰੋਪਰ ਵੇ ਇਹੀ ਹੈ। ਸਰ ਕੋਈ ਇਹ ਹੁੰਦਾ ਕਿ ਜਦ ਆਪਾਂ ਪੜ੍ਹਦੇ ਆ ਕੋਈ ਵੀ ਸਿਰ ਝੁਕਾ ਕੇ ਪੜ੍ਹ ਲਿਆ ਜਾਂ ਉੱਪਰ ਚੱਕ ਕੇ, ਇਹ ਤੇ ਵੀ ਅੱਖਾਂ ਤੇ ਅਸਰ ਪੈਂਦਾ ਇਸ ਤਰ੍ਹਾਂ? ਨਹੀਂ, ਇਹਦੇ 'ਤੇ ਕੋਈ ਅਸਰ ਨਹੀਂ ਪੈਂਦਾ, ਨਹੀਂ ਇਹ ਕੋਈ ਅਸਰ ਨਹੀਂ ਪੈਂਦਾ। ਉਹਦੇ ਨਾਲ ਦੂਸਰੀ ਬਿਮਾਰੀਆਂ ਹੋ ਸਕਦੀਆਂ ਨੇ, ਜੇ ਤੁਸੀਂ ਝੁਕਾ ਕੇ ਕਾफ़ੀ ਦੇਰ ਬੈਠਦੇ ਹੋ, ਰੋਂਗ ਪੋਸਚਰ ਕਰਕੇ ਬੋਨ ਸਰਵਾਈਕਲ ਸਪੌਂਡੀਲਾਈਟਿਸ ਵਗੈਰਾ ਹੋ ਜਾਂਦਾ ਹੈ, ਹੋਰ ਹੋ ਜਾਂਦਾ ਹੈ, ਕਈ ਬਿਮਾਰੀਆਂ ਉਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਅੱਖਾਂ ਦੇ ਉੱਤੇ ਕੋਈ ਉਹ ਨਹੀਂ ਹੈ। ਸੋ ਜੇ ਮੰਨ ਲੈਂਦੇ ਆ ਕਿ ਆਪਾਂ ਨਿਗਾਹ ਬੱਚੇ ਦੀ ਜਿਹੜੀ ਘਟਣੀ ਸ਼ੁਰੂ ਹੁੰਦੀ ਆ, ਤੁਸੀਂ ਕਹਿੰਦੇ ਹੋ ਜੇ ਜ਼ਿਆਦਾ ਸਟ੍ਰੈਸ ਹੁੰਦਾ ਤਾਂ ਵੀਕ ਹੁੰਦਾ, ਨਿਗਾਹ ਘਟਦੀ ਆ, ਤੇ ਫਿਰ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਕਿਵੇਂ ਰੋਕਿਆ ਜਾਵੇ? ਉਹ ਤਾਂ ਇਹੀ ਹੈ ਨਾ ਕਿ ਸਪੈਕਸ ਜਿਹੜੇ ਹੈ ਜਿਨ੍ਹਾਂ ਦੇ ਲੱਗਣੇ ਚਾਹੀਦੇ ਨੇ ਉਹਨਾਂ ਨੂੰ ਲਗਾਏ ਜਾਣ, ਤਾਂ ਕਿ ਅੱਗੇ ਜਿਹੜੀ ਹੈ ਉਹਦੀ ਜਿਹੜੀ ਕਿ ਨਜ਼ਰ ਕਮਜ਼ੋਰ ਨਾ ਹੋਵੇ। ਬਾਕੀ 40 ਸਾਲ ਦੇ ਕੋਲ ਜਾ ਕੇ ਇੰਡੀਅਨਸ ਦੇ ਵਿੱਚ 37 38 ਔਰ ਫੋਰਨਰਸ ਦੇ ਵਿੱਚ ਨੀਅਰ ਅਬਾਊਟ 40 ਦੇ ਵਿੱਚ ਜਾ ਕੇ ਨੀਅਰ ਵਿਜ਼ਨ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਜਿਹੜਾ ਅੱਖ ਦੇ ਵਿੱਚ ਲੈਂਸ ਹੁੰਦਾ ਉਹਦੀ ਫੋਕਲ ਲੈਂਥ ਘਟ ਜਾਂਦੀ ਹੈ। ਉਹਨੂੰ ਅਸੀਂ ਉਸ ਵਕਤ ਨਜ਼ਦੀਕ ਦੀ ਐਨਕ ਲੱਗਦੀ ਹੈ। ਇਹ ਬਿਮਾਰੀ ਨਹੀਂ ਹੈ, ਇਹ ਨੈਚੁਰਲ ਫਿਨੋਮੀਨਾ ਹੈ, ਔਰ ਇਹਨੂੰ ਅਸੀਂ ਪ੍ਰੈਸ ਬਾਇਓਪੀਆ ਕਹਿੰਦੇ ਹਾਂ। ਉਹਦੇ ਵਿੱਚ ਸਾਨੂੰ ਨਜ਼ਦੀਕ ਦੀ ਐਨਕ ਦੀ ਲੋੜ ਪੈਂਦੀ ਹੈ ਔਰ ਲਗਵਾ ਲੈਣੀ ਚਾਹੀਦੀ ਹੈ। ਕਾਰਨ ਕੀ ਰਹਿੰਦਾ ਹੈ ਉਹ ਇਦਾਂ ਤੁਸੀਂ ਏਜ ਦੱਸੀ ਹੈ, ਏਜ ਦਾ ਕੀ ਕਾਰਨ ਹੈ? ਇਹ ਪ੍ਰੈਸ ਬਾਇਓਪੀਆ ਦਾ ਕਾਰਨ ਜਿਹੜਾ ਹੈ ਆਈਜ਼ ਦੇ ਵਿੱਚ ਲੈਂਸ ਹੁੰਦਾ ਹੈ, ਉਹਦੀ ਜਿਹੜੀ ਫੋਕਲ ਲੈਂਥ ਹੈ ਉਹ ਘਟ ਜਾਂਦੀ ਹੈ ਉਮਰ ਦੇ ਨਾਲ। ਇਹਨੂੰ ਬਚਾਇਆ ਕਵਰ ਕੀਤਾ ਜਾ ਸਕਦਾ? ਕਈ ਆਪਾਂ ਦੇਖਦੇ ਹਾਂ ਕਿ ਨਹੀਂ ਲੱਗਦੀ ਕਈਆਂ ਦੇ। ਨਹੀਂ ਮੋਸਟਲੀ ਲੱਗਦੀ ਹੈ, ਨੀਅਰ ਅਬਾਊਟ 40 ਦੇ ਏਜ 'ਤੇ ਆ ਕੇ ਲੱਗਦੀ ਹੈ, ਔਰ ਅੱਗੇ ਫਿਰ ਤੁਸੀਂ ਜਦ ਕਿ ਉਮਰ 60 ਸਾਲ ਦੀ ਜਾਂ ਉੱਪਰ ਹੋ ਜਾਂਦੀ ਹੈ ਤਾਂ ਉਸ ਵੇਲੇ ਜਿਹੜੇ ਕਿ ਹੋਰ ਬਿਮਾਰੀਆਂ ਹੋ ਸ਼ੁਰੂ ਹੋ ਜਾਂਦੀਆਂ ਨੇ। ਚਿੱਟਾ ਮੋਤੀਆ ਹੈ, ਕਾਲਾ ਮੋਤੀਆ ਹੈ, ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਚਿੱਟਾ ਮੋਤੀਆ ਜਿਹਨੂੰ ਅਸੀਂ ਕੈਟਰੈਕਟ ਕਹਿੰਦੇ ਹਾਂ, ਉਹ ਜਿਹੜੀ ਹੈ ਇੱਕ ਜਿਸ ਤਰ੍ਹਾਂ ਉਮਰ ਦੇ ਲਿਹਾਜ਼ ਨਾਲ ਬਾਲ ਸਾਡੇ ਸਫੇਦ ਹੋ ਜਾਂਦੇ ਹੈ, ਅੱਖ ਦੇ ਵਿੱਚ ਲੈਂਸ ਹੁੰਦਾ ਹੈ, ਉਹ ਜਿਹੜਾ ਉਹ ਸਫੇਦ ਹੋਣ ਲੱਗ ਜਾਂਦਾ ਹੈ, ਓਪੇਕ ਹੋ ਜਾਂਦਾ, ਉਹਦੇ ਵਿੱਚੋਂ ਲਾਈਟ ਪਾਸ ਨਹੀਂ ਹੁੰਦੀ, ਔਰ ਉਹਨੂੰ ਅਸੀਂ ਕੈਟਰੈਕਟ ਕਹਿੰਦੇ ਹਾਂ, ਚਿੱਟਾ ਮੋਤੀਆ ਕਹਿੰਦੇ ਹਾਂ। ਔਰ ਉਹ ਜਦੋਂ ਮੈਚੋਰ ਹੋ ਜਾਂਦਾ ਹੈ, ਨਜ਼ਰ ਜਿਹੜੀ ਹੈ ਕਾਫੀ ਕਮਜ਼ੋਰ ਹੋ ਜਾਂਦੀ ਹੈ, ਦਿਖਣਾ ਬੰਦ ਹੋ ਜਾਂਦਾ ਹੈ, ਧੁੰਦਲਾ ਦਿਖਦਾ ਹੈ। ਉਸ ਵੇਲੇ ਫਿਰ ਸਰਜਰੀ ਦੀ ਲੋੜ ਹੈ। ਚਿੱਟਾ ਮੋਤੀਆ ਜਿਹੜਾ ਤੁਸੀਂ ਕਹਿੰਦੇ ਹੋਗੇ ਇਹ ਮਤਲਬ ਹੋ ਜਾਂਦਾ ਅੱਖ ਤੋਂ, ਇਹ ਹੋਣ ਦਾ ਵੱਡਾ ਕਾਰਨ ਕੀ ਹੈਗਾ ਜੀ? ਨਹੀਂ, ਇਟਸ ਅ ਸੀਨਾਈਲ ਚੇਂਜ, ਉਮਰ ਦੇ ਨਾਲ ਹੁੰਦਾ ਹੈ। ਉਹਦੇ ਜਿਹੜਾ ਹੈ ਸਾਡੇ ਆਈਜ਼ ਦੇ ਵਿੱਚ ਲੈਂਸ ਹੁੰਦਾ ਹੈ, ਉਹਦੇ ਵਿੱਚੋਂ ਲਾਈਟ ਪਾਸ ਹੋ ਕੇ ਰੈਟਨਾ ਦੇ ਉੱਤੇ ਪੈਂਦੀ ਹੈ। ਜਿਹੜੀ ਯੰਗਰ ਏਜ ਦੇ ਵਿੱਚ ਇਹ ਲੈਂਸ ਜਿਹੜਾ ਹੁੰਦਾ ਹੈ ਇਹ ਟਰਾਂਸਪੇਰੈਂਟ ਹੁੰਦਾ ਹੈ, ਇਹਦੇ ਵਿੱਚੋਂ ਲਾਈਟ ਪਾਸ ਹੁੰਦੀ ਹੈ ਬੜੇ ਅੱਛੀ ਤਰੀਕੇ ਨਾਲ। ਪਰ ਜਿਉਂ ਉਮਰ ਵੱਧਦੀ ਹੈ ਉਹ ਜਿਹੜਾ ਲੈਂਸ ਹੈ ਉਹ ਓਪੇਕ ਹੋ ਜਾਂਦਾ, ਉਹਦੇ ਵਿੱਚੋਂ ਲਾਈਟ ਪਾਸ ਨਹੀਂ ਹੁੰਦੀ, ਔਰ ਇਹ ਕੈਟਰੈਕਟ ਆ ਜਾਂਦਾ ਹੈ। ਦੂਸਰੇ ਜਿਸ ਤਰ੍ਹਾਂ ਕਿ ਡਾਇਬੀਟੀਜ਼ ਹੈ, ਸ਼ੂਗਰ ਦੀ ਬਿਮਾਰੀ ਹੈ, ਬਲੱਡ ਪ੍ਰੈਸ਼ਰ ਦੀ ਹੈ, ਔਰ ਕੁਝ ਦਵਾਈਆਂ ਵੀ ਐਸੀਆਂ ਹੈ ਜਿਨ੍ਹਾਂ ਦੇ ਲੌਂਗ ਯੂਜ਼ ਦੇ ਨਾਲ ਕੈਟਰੈਕਟ ਜਿਹੜਾ ਹੈ ਜਲਦੀ ਆ ਜਾਂਦਾ ਹੈ। ਪਰ ਕੈਟਰੈਕਟ ਆਉਂਦਾ ਸਭ ਦੇ ਹੀ ਹੈ, ਮੋਸਟਲੀ ਆਉਂਦਾ ਹੈ। ਮਤਲਬ ਮੋਸਟਲੀ ਆਪਾਂ ਕਹਿ ਸਕਦੇ ਕਿ ਇੰਡੀਆ 'ਚ ਇਹ ਆਉਣਾ ਹੀ ਆਉਣਾ, ਕਈਆਂ ਨੂੰ ਪਤਾ ਲੱਗ ਜਾਂਦਾ ਜਾਂ ਹਾਂਜੀ ਬਿਲਕੁਲ। ਜਦੋਂ ਉਮਰ ਤੋਂ ਡਾਕਟਰ ਸਾਹਿਬ ਇਹ ਜਿਹੜਾ ਹੁੰਦਾ ਹੈ ਪ੍ਰਭਾਵ ਪੈਣਾ ਸ਼ੁਰੂ? ਇਹ 60 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ, 60 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਔਰ ਫਿਰ ਇਹਦੇ ਵਿੱਚ ਜਿਹੜਾ ਹੈ ਪਹਿਲਾਂ ਤਾਂ ਸਰਜਰੀ ਹੁੰਦੀ ਹੈ। ਹੁਣ ਜਿਸ ਤਰ੍ਹਾਂ ਕਿ ਨਵੀਂ ਟੈਕਨੀਕਸ ਆ ਗਈਆਂ ਨੇ, ਇੰਟਰਾਓਕੂਲਰ ਲੈਂਸ ਇੰਪਲਾਂਟ। ਪਹਿਲਾਂ ਕੁਛ ਦੇਰ ਪਹਿਲਾਂ 20 ਜਾਂ 25 ਸਾਲ ਪਹਿਲਾਂ ਜਦੋਂ ਸਰਜਰੀ ਹੁੰਦੀ ਸੀ, ਉਹ ਤੋਂ ਬਾਅਦ ਫਿਰ ਗਲਾਸਿਸ ਲੱਗ ਜਾਂਦੇ ਸੀ, ਮੋਟੇ ਗਲਾਸਿਸ 10 ਨੰਬਰ ਦੇ ਲੱਗਦੇ ਸੀ। ਹੁਣ ਉਹ ਚੀਜ਼ ਨਹੀਂ ਰਹੀ, ਹੁਣ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ ਹੈ। ਹੁਣ ਉਹ ਲੈਂਸ ਜਿਹੜਾ ਖਰਾਬ ਹੋ ਗਿਆ, ਓਪੇਕ ਹੋ ਗਿਆ, ਉਹਨੂੰ ਅਸੀਂ ਕੱਢ ਦਿੰਦੇ ਹਾਂ, ਉਹਦੀ ਜਗ੍ਹਾ 'ਤੇ ਦੂਸਰਾ ਇੰਟਰਾਓਕੂਲਰ ਲੈਂਸ ਜਿਹੜਾ ਹੈ ਉਹ ਫਿੱਟ ਕਰ ਦਿੱਤਾ ਜਾਂਦਾ ਉਸੇ ਪਾਵਰ ਦਾ। ਸੋ
ਸਾਨੂੰ ਬਾਹਰ ਐਨਕ ਲਗਾਉਣ ਦੀ ਜ਼ਰੂਰਤ ਕਹਿ ਨਹੀਂ। ਸਕਦੇ ਆ ਕਿ ਕੁਦਰਤ ਨੇ ਜੋ ਬਣਾਇਆ ਹੁਣ ਇਨਸਾਨ ਵੀ ਉਹ ਬਣਾ ਰਿਹਾ ਤੇ ਉਹ ਰਿਪਲੇਸਮੈਂਟ ਹੋ ਜਾਂਦੀ ਹੈ। ਰਿਪਲੇਸਮੈਂਟ ਹੋ ਜਾਂਦੀ ਹੈ, ਇੰਟਰਾਕੂਲਰ ਲੈਂਸ ਜਿਹੜਾ ਉਹ ਪੈ ਜਾਂਦਾ ਹੈ। ਕਾਲਾ ਮੋਤੀਆ ਕੀ ਹੁੰਦਾ ਹੈ? ਜਿਵੇਂ ਚਿੱਟਾ ਤਾਂ ਦੱਸਿਆ, ਕਾਲਾ ਮੋਤੀਆ ਕਾਲਾ ਮੋਤੀਆ ਜਿਹੜਾ ਹੈ ਇਹ ਅੱਖ ਦੇ ਵਿੱਚ ਪੋਸਟੀਰੀਅਰ ਦੋ ਚੈਂਬਰ ਹੁੰਦੇ ਨੇ, ਐਂਟੀਰੀਅਰ ਚੈਂਬਰ, ਪੋਸਟੀਰੀਅਰ ਚੈਂਬਰ। ਪੋਸਟੀਰੀਅਰ ਚੈਂਬਰ ਦੇ ਵਿੱਚ ਫਲੂਇਡ ਹੁੰਦਾ ਹੈ ਜਿਹਨੂੰ ਅਸੀਂ ਵਿਟਰੀਅਸ ਕਹਿੰਦੇ ਹਾਂ। ਉਹ ਵਿਟਰੀਅਸ ਦਾ ਆਲੇ ਦੁਆਲੇ ਦੀ ਜਿਹੜੀ ਦੀਵਾਰ ਹੁੰਦੀ ਹੈ ਉਹਦੇ ਉੱਤੇ ਪ੍ਰੈਸ਼ਰ ਵੱਧ ਜਾਂਦਾ ਹੈ, ਉਹਨੂੰ ਅਸੀਂ ਕਾਲਾ ਮੋਤੀਆ ਕਹਿੰਦੇ ਹਾਂ। ਉਹ ਪ੍ਰੈਸ਼ਰ ਜਿਹੜਾ ਹੈ ਨਾਰਮਲੀ ਜਿਹੜਾ ਹੈ ਅਪ ਟੂ 20-22 ਤੱਕ ਹੋਣਾ ਚਾਹੀਦਾ ਹੈ, ਪਰ ਜੇ ਉਹ ਵੱਧ ਜਾਵੇ ਕਿਸੇ ਵੀ ਕਾਰਨ ਕਰਕੇ ਤਾਂ ਉਹ ਜਿਹੜਾ ਹੈ ਕਾਲਾ ਮੋਤੀਆ ਬਣ ਜਾਂਦਾ ਹੈ। ਕਾਲਾ ਮੋਤੀਆ ਅਗਰ ਟਾਈਮਲੀ ਡਿਟੈਕਟ ਹੋ ਜਾਏ, ਡਾਇਗਨੋਜ਼ ਹੋ ਜਾਏ ਤਾਂ ਬੜਾ ਅੱਛੀ ਤਰ੍ਹਾਂ ਇਹਨੂੰ ਆਪਾਂ ਟਰੀਟ ਕਰ ਸਕਦੇ ਹਾਂ। ਪਰ ਅਗਰ ਇਹ ਅਸੀਂ ਇਗਨੋਰ ਕਰ ਦਿੰਦੇ ਹਾਂ, ਨਹੀਂ ਡਿਟੈਕਟ ਹੁੰਦਾ, ਇਹਦੇ ਜਿਹੜਾ ਹੈ ਰੈਟਿਨਾ ਦੇ ਉੱਤੇ ਔਰ ਆਪਟਿਕ ਨਰਵ ਹੁੰਦੀ ਹੈ ਅੱਖ ਦੇ ਵਿੱਚ, ਜਿਹੜੀ ਕਿ ਅੱਖ ਦੇ ਵਿੱਚੋਂ ਬ੍ਰੇਨ ਨੂੰ ਲਾਈਟ ਲੈ ਕੇ ਜਾਂਦੀ ਹੈ, ਆਪਟਿਕ ਨਰਵ ਉਹਦੇ ਉੱਤੇ ਪ੍ਰੈਸ ਕਰਦੀ ਹੈ ਔਰ ਉਹਨੂੰ ਆਪਟਿਕ ਨਰਵ ਨੂੰ ਖਰਾਬ ਕਰ ਦਿੰਦੀ ਹੈ ਔਰ ਹਮੇਸ਼ਾ ਲਈ ਨਿਗਾਹ ਚਲੀ ਜਾਂਦੀ ਹੈ। ਔਰ ਇੱਕ ਬਾਡੀ ਦੀ ਇੱਕ ਆਪਟਿਕ ਨਰਵ ਹੀ ਹੈ, ਜਿਹੜੀ ਬਾਕੀ ਨਰਵਜ਼ ਨੇ ਉਹ ਦਵਾਈਆਂ ਨਾਲ ਰੀਜਨਰੇਟ ਹੋ ਜਾਂਦੀਆਂ ਨੇ, ਪਰ ਆਪਟਿਕ ਨਰਵ ਹੀ ਹੈ ਬਾਡੀ ਵਿੱਚ ਜਿਹੜੀ ਦੁਬਾਰਾ ਰੀਜਨਰੇਟ ਨਹੀਂ ਹੁੰਦੀ। ਤੁਸੀਂ ਕਹਿ ਰਹੇ ਹੋ ਕਿ ਕਾਲਾ ਮੋਤੀਆ ਜ਼ਿਆਦਾ ਖਤਰਨਾਕ ਹੈ ਕਿਉਂਕਿ ਕਾਲੇ 'ਚ ਨਿਗਾਹ ਹੀ ਚਲੇ ਜਾਂਦੀ ਹੈ। ਹਾਂ, ਇਹ ਜ਼ਿਆਦਾ ਖਤਰਨਾਕ ਹੈ। ਕੈਟਰੈਕਟ ਹੈ ਜਿਹੜਾ ਕਿ ਉਹ ਬੜਾ ਕਿਉਰੇਬਲ ਹੈ, ਸਰਜਰੀ ਕਰੋ ਲਾਈਟ ਪੂਰੀ ਆ ਜਾਏਗੀ। ਪਰ ਜਿਹੜਾ ਕਿ ਕਾਲਾ ਮੋਤੀਆ ਜਿਹਦੇ 'ਚ ਜਿੰਨਾ ਡੈਮੇਜ ਹੋ ਚੁੱਕਿਆ ਉਹ ਵਾਪਸ ਨਹੀਂ ਆਉਂਦਾ, ਇਹ ਇਰਰਿਵਰਸੀਬਲ ਲਾਸ ਹੈ। ਪ੍ਰੈਸ਼ਰ ਦੀ ਗੱਲ ਕੀਤੀ ਹੈ ਤੁਸੀਂ, ਪ੍ਰੈਸ਼ਰ ਨਾਲ ਹੁੰਦਾ, ਪ੍ਰੈਸ਼ਰ ਕਿਸ ਚੀਜ਼ ਦਾ ਮਤਲਬ ਹੁੰਦਾ, ਗੁੱਸੇ ਨਾਲ ਜਾਂ ਕਾਹਦੇ ਨਾਲ? ਹਾਂ, ਮੈਂ ਦੱਸਿਆ ਨਾ, ਉਹ ਇੱਕ ਪਿੱਛੇ ਫਲੂਇਡ ਹੁੰਦਾ ਜਿਹਨੂੰ ਵਿਟਰੀਅਸ ਕਹਿੰਦੇ ਆ, ਉਹ ਨਾਰਮਲੀ ਜਿਹੜਾ ਹੈ ਉਹ ਬਾਹਰ ਜਾਈ ਜਾਂਦਾ ਹੈ, ਉਹ ਫਲੋ ਬਣਦਾ ਹੈ, ਫਲੋ ਚਲਾ ਜਾਂਦਾ ਹੈ, ਬਾਹਰ ਨਿਕਲ ਜਾਂਦਾ ਹੈ। ਕਈ ਦਫਾ ਉਸ ਚੈਨਲ ਦੇ ਵਿੱਚ ਕੋਈ ਬਲੋਕੇਜ ਆ ਜਾਂਦੀ ਹੈ, ਉਹ ਪੂਰੀ ਤਰ੍ਹਾਂ ਬਾਹਰ ਨਹੀਂ ਜਾਂਦਾ, ਉਸ ਵੇਲੇ ਫਿਰ ਉਹਦਾ ਪ੍ਰੈਸ਼ਰ ਵੱਧ ਜਾਂਦਾ ਹੈ। ਅਗਰ ਮੈਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ 20 ਤੱਕ ਨਾਰਮਲ ਪ੍ਰੈਸ਼ਰ ਹੁੰਦਾ, 20 ਮਿਲੀਮੀਟਰ ਮਰਕਰੀ ਤੱਕ, ਪਰ ਅਗਰ ਉਹ ਵੱਧ ਜਾਂਦਾ ਹੈ ਤਾਂ ਉਹਨੂੰ ਅਸੀਂ ਕਾਲਾ ਮੋਤੀਆ ਕਹਿੰਦੇ ਹਾਂ। ਕਿੰਨੀ ਕੁ ਉਮਰ ਤੋਂ ਜਿਹੜਾ ਇਹ ਕਾਲਾ ਮੋਤੀਆ ਦੇ ਪ੍ਰਭਾਵ ਜਿਹੜਾ ਪੈਂਦਾ, ਉਮਰ ਦਾ ਹੁੰਦਾ ਕੁਛ ਜਾਂ ਇਹਦਾ ਕੋਈ? ਇਹ 'ਚ ਉਮਰ ਦਾ ਕੋਈ ਨਹੀਂ ਹੁੰਦਾ, ਇਹ ਕਿਸੇ ਵੇਲੇ ਵੀ ਹੋ ਸਕਦਾ ਹੈ, ਕਿਸੇ ਵੇਲੇ ਵੀ ਹੋ ਸਕਦਾ। ਯੰਗ ਏਜ ਵਾਲੇ ਨੂੰ ਵੀ ਹੋ ਸਕਦਾ ਜਿਹਨੂੰ ਕਾਲੇ ਮੋਤੀਆ ਕਰਕੇ। ਇਹਦੇ ਵਿੱਚ ਜਿਹੜਾ ਅਰਲੀ ਜਿਹੜੀਆਂ ਨਿਸ਼ਾਨੀਆਂ ਜੇ ਉਹ ਇਹ ਹੁੰਦਾ ਕਿ ਧੁੰਦਲਾ ਦਿਖਦਾ ਹੈ, ਔਰ ਕਈ ਦਫਾ ਕਾਲੇ ਮੋਤੀਆ ਕਰਕੇ ਹੈਵੀਨੈਸ ਹੋ ਜਾਂਦੀ ਹੈ, ਅੱਖਾਂ ਦੇ ਵਿੱਚ ਭਾਰੀਪਨ ਆ ਜਾਂਦਾ ਹੈ, ਔਰ ਵਿਜ਼ਨ ਜਿਹੜੀ ਹੈ ਕਿ ਆਪਣੇ ਹੈਵੀਨੈਸ ਹੋ ਜਾਂਦੀ ਹੈ ਅੱਖ ਦੇ ਵਿੱਚ, ਔਰ ਡਿਟੈਕਟ ਨਹੀਂ ਹੁੰਦੀ, ਦਰਦ ਹੁੰਦਾ ਹੈ। ਔਰ ਜੇ ਅਕਿਊਟ ਅਟੈਕ ਹੋ ਜਾਏ ਤਾਂ ਅੱਖ ਲਾਲ ਹੋ ਜਾਂਦੀ ਹੈ, ਦਰਦ ਉੱਠਦਾ ਹੈ, ਵੋਮਿਟਿੰਗ ਹੁੰਦੀ ਹੈ, ਔਰ ਅਕਿਊਟ ਅਟੈਕ ਦੇ ਵਿੱਚ ਨਜ਼ਰ ਚਲੀ ਜਾਂਦੀ ਹੈ। ਖਤਰਨਾਕ ਇੰਨਾ ਇਹ ਮੋੜ ਹੈਗਾ। ਡਾਕਟਰ ਸਾਹਿਬ, ਇੱਕ ਹੁਣ ਅੱਖ ਨੂੰ ਲੈ ਕੇ ਹੋਰ ਇੱਕ ਵੱਡੀ ਗੱਲ ਹੈਗੀ ਆ ਕਿ ਕਈਆਂ ਦੇ ਨਾ ਡਰਾਈਨੈਸ ਜਾਂ ਸੁੱਕਾ ਸੁੱਕਾ ਜਿਹਾ ਰਹਿੰਦਾ, ਉਹ ਕੀ ਕਾਰਨ ਹੈ? ਹਾਂ, ਅੱਖ ਦੇ ਵਿੱਚ ਨਾ ਇੱਕ ਗਲੈਂਡ ਹੁੰਦਾ ਹੈ ਜਿਹਨੂੰ ਅਸੀਂ ਕਿ ਲੈਕਰੀਮਲ ਗਲੈਂਡ ਕਹਿੰਦੇ ਹਾਂ। ਉਹ ਨਾਰਮਲੀ ਜਿਹੜਾ ਹੈ ਉਹ ਆਪਣਾ ਲੈਕਰੀਮਲ ਫਲੂਇਡ ਜਿਹੜਾ ਹੈ ਉਹ ਪ੍ਰੋਡਿਊਸ ਕਰਦਾ ਰਹਿੰਦਾ ਹੈ, ਔਰ ਜਿਹੜੇ ਆਈ ਬੋਲ ਹੈ ਉਹਨੂੰ ਉਹ ਮੋਇਸਟ ਰੱਖਦਾ ਹੈ। ਜਿਹੜਾ ਸਾਡੇ ਸਾਹਮਣੇ ਬਿਲਕੁਲ ਸਾਨੂੰ ਦਿਖ ਰਿਹਾ ਹੈ ਵਿੰਡੋ ਹੈ ਆਈ ਦੀ, ਇਹਨੂੰ ਅਸੀਂ ਕੋਰਨੀਆ ਕਹਿੰਦੇ ਹਾਂ। ਕੋਰਨੀਆ ਜਿਹੜਾ ਹੈ ਉਹਨੂੰ ਲੁਬਰੀਕੇਸ਼ਨ ਦੀ ਜ਼ਰੂਰਤ ਹੈ। ਇਹ ਲੁਬਰੀਕੇਸ਼ਨ ਜਿਹੜਾ ਫਲੂਇਡ ਹੈ, ਲੈਕਰੀਮਲ ਫਲੂਇਡ ਹੈ, ਉਹਨੂੰ ਲੁਬਰੀਕੇਟ ਕਰਕੇ ਰੱਖਦਾ ਹੈ। ਕਿਸੇ ਵਜ੍ਹਾ ਕਰਕੇ ਅਗਰ ਲੈਕਰੀਮਲ ਗਲੈਂਡ 'ਚੋਂ ਲੈਕਰੀਮਲ ਫਲੂਇਡ ਘਟ ਜਾਏ, ਉਹ ਫਿਰ ਡਰਾਈਨੈਸ ਹੋ ਜਾਂਦੀ ਹੈ। ਡਰਾਈਨੈਸ ਹੋ ਜਾਏਗੀ ਅਤੇ ਕੋਰਨੀਆ ਉੱਤੇ ਅਲਸਰ ਹੋ ਜਾਣਗੇ, ਜ਼ਖਮ ਹੋ ਜਾਣਗੇ ਡਰਾਈਨੈਸ ਕਰਕੇ। ਸੋ ਜ਼ਿਆਦਾ ਖਤਰਨਾਕ ਹੈ ਉਹ। ਹੋਣ ਦਾ ਕਾਰਨ ਕੀ ਹੁੰਦਾ ਡਰਾਈਨੈਸ ਜ਼ਿਆਦਾ? ਲੈਕਰੀਮਲ ਗਲੈਂਡ ਦਾ ਸਿਕ੍ਰੀਸ਼ਨਸ ਘਟ ਜਾਂਦਾ। ਆਮ ਲੋਕਾਂ ਦੀ ਜੇ ਭਾਸ਼ਾ 'ਚ ਕਰੀਏ ਤਾਂ ਕੀ ਇਹ ਜ਼ਿਆਦਾ ਕੰਪਿਊਟਰ ਜਾਂ ਜ਼ਿਆਦਾ ਕੁਝ ਯੂਜ਼ ਕਰਨ ਨਾਲ ਜਾਂ ਕਿਵੇਂ, ਕਿਸ ਨਾਲ ਜਿਹੜਾ ਡਰਾਈ ਹੁੰਦਾ ਹੈ? ਨਹੀਂ, ਉਹਦੇ ਕਰਕੇ ਨਹੀਂ ਹੈ। ਗਲੈਂਡ ਹੈ, ਜਿਸ ਤਰ੍ਹਾਂ ਬਾਕੀ ਗਲੈਂਡ ਹੈ ਬਾਡੀ ਦੇ ਸਿਕ੍ਰੀਸ਼ਨਸ ਬਣਾਉਂਦੇ ਨੇ, ਕਈ ਦਫਾ ਸਿਕ੍ਰੀਸ਼ਨਸ ਉਹਦੇ ਘਟ ਜਾਂਦੇ ਨੇ। ਅਸਲ ਕਈਆਂ ਦੇ ਨਾ ਅੱਖ 'ਚ ਕਈ ਵਾਰ ਲਾਲੀ ਰਹਿੰਦੀ ਆ। ਆਪਾਂ ਦੇਸੀ ਜੇ ਗੱਲਾਂ ਲੋਕ ਆਮ ਕਰਦੇ ਆ, ਕਿਉਂਕਿ ਸਾਡੇ ਬਹੁਤ ਸਾਰੇ ਫੋਰਨਰ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨਹੀਂ ਸਮਝ ਲੱਗਦਾ ਵੀ ਕੀ ਹੁੰਦਾ, ਉਹ ਕੀ ਕਾਰਨ ਰਹਿੰਦਾ? ਲਾਲੀ ਹੁੰਦੀ ਹੈ ਕਈ ਵਾਰੀ। ਅੱਖ ਦਾ ਲਾਲ ਹੋਣਾ, ਜਿਹੜਾ ਕਾਲਾ ਪੋਰਸ਼ਨ ਹੈ ਜਿਹਨੂੰ ਅਸੀਂ ਕੋਰਨੀਆ ਕਹਿੰਦੇ ਹਾਂ, ਉਹਦੇ ਆਸ-ਪਾਸ ਜਿਹੜਾ ਉਹਨੂੰ ਵਾਈਟ ਪੋਰਸ਼ਨ ਨੂੰ ਅਸੀਂ ਕੰਜਕਟਾਈਵਾ ਕਹਿੰਦੇ ਹਾਂ, ਉਹ ਕਈ ਦਫਾ ਰੈੱਡ ਹੋ ਜਾਂਦਾ ਹੈ, ਲਾਲ ਹੋ ਜਾਂਦਾ ਹੈ। ਉਹਦੇ ਕਈ ਕਾਰਨ ਹੈ। ਕੋਈ ਇਨਫੈਕਸ਼ਨ ਹੋ ਜਾਏ ਅੱਖ ਦੇ ਵਿੱਚ ਤਾਂ ਅੱਖ ਲਾਲ ਹੋ ਜਾਂਦੀ ਹੈ। ਕੁਛ ਫੋਰਨ ਬੋਡੀ ਪੈ ਜਾਏ ਤਾਂ ਅੱਖ ਲਾਲ ਹੋ ਜਾਂਦੀ ਹੈ। ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਾਲਾ ਮੋਤੀਆ ਹੈ, ਉਹ ਐਕਿਊਟ ਅਟੈਕ ਅਗਰ ਹੁੰਦਾ ਹੈ ਉਹਦੇ ਵਿੱਚ ਵੀ ਅੱਖ ਲਾਲ ਹੋ ਜਾਂਦੀ ਹੈ, ਔਰ ਪੇਨ ਹੁੰਦੀ ਹੈ ਬਹੁਤ ਜ਼ਿਆਦਾ। ਔਰ ਇਹ ਜਾਂ
ਇੱਕ ਐਲਰਜੀਕ ਕੰਡੀਸ਼ਨ ਵੀ ਹੈ, ਐਲਰਜੀਕ ਕੰਜਕਟਿਵਾਈਟਿਸ ਹੈ, ਉਹਦੇ ਵਿੱਚ ਵੀ ਅੱਖ ਲਾਲ ਹੋ ਜਾਂਦੀ ਹੈ। ਸਰ ਠੀਕ ਹੈ, ਤੁਸੀਂ ਦੱਸ ਰਹੇ ਹੋ ਇੱਕ ਕਈ ਵਾਰ ਇਹ ਹੁੰਦਾ ਕਿ ਬਲੱਡ ਪ੍ਰੈਸ਼ਰ ਜੇ ਜ਼ਿਆਦਾ ਹੋਵੇ ਜਾਂ ਕਿਸੇ ਨੂੰ ਉਹਦਾ ਵੀ ਕਾਰਨ ਰਹਿੰਦਾ ਅੱਖ ਜ਼ਿਆਦਾ ਨਹੀਂ, ਬਲੱਡ ਪ੍ਰੈਸ਼ਰ ਕਰਕੇ ਅੱਖ ਲਾਲ ਨਹੀਂ ਹੁੰਦੀ। ਬਲੱਡ ਪ੍ਰੈਸ਼ਰ ਕਰਕੇ ਪਿੱਛੇ ਰੈਟਿਨਾ ਦੇ ਉੱਤੇ ਚੇਂਜਸ ਆਉਂਦੀਆਂ ਨੇ, ਰੈਟਿਨਾ ਦੇ ਉੱਤੇ ਚੇਂਜਸ ਆਉਂਦੀਆਂ, ਬਲੱਡ ਵੈਸਲਸ ਜਿਹੜੇ ਨੇ ਉਹਨਾਂ 'ਚ ਚੇਂਜਸ ਆਉਂਦੀਆਂ ਨੇ, ਔਰ ਉਹ ਬਲੱਡ ਪ੍ਰੈਸ਼ਰ ਕਰਕੇ ਜਾਂ ਸ਼ੂਗਰ ਕਰਕੇ ਰੈਟਿਨਾ ਦੇ ਉੱਤੇ ਅਸਰ ਹੁੰਦਾ ਹੈ। ਰੈਟਿਨਾ ਦੇ ਉੱਤੇ ਪ੍ਰੋਟੀਨਸ ਜਿਹੜੇ ਹੁੰਦੇ ਨੇ ਉਹ ਜੰਮ ਜਾਂਦੇ ਨੇ, ਐਗਜ਼ੂਡੇਟਸ ਜੰਮ ਜਾਂਦੇ ਨੇ, ਕਈ ਦਫਾ ਹੈਮਰੇਜਸ ਹੋ ਜਾਂਦੀਆਂ ਨੇ, ਔਰ ਉਹਦੇ ਵਿੱਚ ਕਾਫੀ ਇਹ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ, ਔਰ ਇਹਨੂੰ ਬੜਾ ਧਿਆਨ ਨਾਲ। ਡਾਕਟਰ ਸਾਹਿਬ ਇੱਕ ਹੁਣ ਅੱਜ ਕੱਲ੍ਹ ਲੋਕ ਤੁਸੀਂ ਐਨਕਾਂ ਦੀ ਗੱਲ ਕੀਤੀ ਹੈ, ਐਨਕ ਲਗਾਉਂਦੇ ਨੇ ਜਾਂ ਨਿਗਾਹ ਦੇ ਚਸ਼ਮੇ ਬਣਾਉਂਦੇ ਆ, ਇਸ ਤੋਂ ਇਲਾਵਾ ਜਿਹੜੇ ਲੈਂਸਿਸ ਯੂਜ਼ ਹੁੰਦੇ ਨੇ ਉਹ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ? ਕਿ ਅਸੀਂ ਜਿਹੜਾ ਲੈਂਸ ਜਿਹੜਾ ਨਿਗਾਹ ਵਾਲਾ ਪਾਉਂਦੇ ਉਹ ਬੈਟਰ ਕੰਮ ਕਰਦਾ ਜਾਂ ਕਿਵੇਂ ਹੁੰਦਾ ਕੀ? ਨਹੀਂ, ਜਿਹੜਾ ਤੁਸੀਂ ਲੈਂਸ ਦਾ ਜ਼ਿਕਰ ਕਰ ਰਹੇ ਹੋ ਨਾ, ਲੈਂਸ ਇੱਕ ਤਾਂ ਹੀ ਹੁੰਦਾ ਨਾ ਕਾਸਮੈਟਿਕ ਕੰਟੈਕਟ ਲੈਂਸ ਜਿਹਨੂੰ ਅਸੀਂ ਕਹਿੰਦੇ ਹਾਂ। ਕੰਟੈਕਟ ਲੈਂਸ ਜਿਹੜਾ ਹੈ ਯੂਜ਼ਲੀ ਜਿਹੜਾ ਹੈ ਯੰਗਰ ਏਜ ਦੇ ਵਿੱਚ, ਸਪੈਸ਼ਲੀ ਗਰਲਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਅੱਗੇ ਮੈਟਰੀਮੋਨੀਅਲ ਪ੍ਰੋਬਲਮ ਆਉਂਦੀ ਹੈ। ਕਈ ਵਾਰੀ ਪੇਰੈਂਟਸ ਚਾਹੁੰਦੇ ਆ ਕਿ ਐਨਕ ਨਾ ਲੱਗੀ ਹੋਵੇ, ਤਾਂ ਉਸ ਨੂੰ ਬਚਾਉਣ ਖਾਤਰ ਅਸੀਂ ਕੰਟੈਕਟ ਲੈਂਸ ਯੂਜ਼ ਕਰਦੇ ਹਾਂ। ਉਹ ਕੰਟੈਕਟ ਲੈਂਸ ਜਿਹੜੇ ਹੈ ਸੁਬਾਹ ਤੁਸੀਂ ਲਗਾਓ, ਸ਼ਾਮ ਨੂੰ ਉਤਾਰ ਦਿਓ, ਔਰ ਇਹ ਹੈ, ਔਰ ਡਿਸਪੋਜ਼ੇਬਲ ਵੀ ਆਉਂਦੇ ਨੇ ਅੱਜ ਕੱਲ੍ਹ, 'ਤੇ ਔਰ ਇੱਕ ਵਾਰੀ ਯੂਜ਼ ਕਰੋ ਫੈਂਕ ਦਿਓ, ਡਿਸਪੋਜ਼ੇਬਲ ਵੀ ਆਉਂਦੇ ਨੇ। ਦੂਸਰਾ ਜਿਹੜਾ ਲੈਂਸ ਤੁਸੀਂ ਕਹਿ ਰਹੇ ਹੋ ਨਾ, ਉਹ ਤਾਂ ਹੈ ਨਾ ਕਿ ਕੈਟਰੈਕਟ ਤੋਂ ਬਾਅਦ ਜਿਹੜਾ ਅੱਖ ਦੇ ਅੰਦਰ ਲੈਂਸ ਜਿਹੜਾ ਹੈ ਉਹਨੂੰ ਰਿਪਲੇਸ ਕਰਦੇ ਆ, ਇੰਟਰਾਓਕੂਲਰ ਲੈਂਸ, ਉਹ ਦੂਸਰਾ ਲੈਂਸ ਉਹ ਹੈ, ਉਹ ਲੈਂਸ ਹੈ। ਮਤਲਬ ਜਿਹੜਾ ਆਪਾਂ ਦੋਨਾਂ ਦਾ ਹੁਣ ਇੱਕ ਕਰਕੇ ਕਲੀਅਰ ਕਰਦੇ ਹਾਂ। ਇੱਕ ਪਹਿਲਾਂ ਤਾਂ ਜਿਹੜਾ ਆਪਰੇਸ਼ਨ ਵਾਲਾ ਅੰਦਰ ਪੈਂਦਾ, ਕੀ ਉਹ ਕੀ ਕਾਸਮੈਟਿਕ ਆਪਾਂ ਬਾਅਦ ਕਰਦੇ ਹਾਂ, ਪਹਿਲਾਂ ਆਪਰੇਸ਼ਨ ਵਾਲਾ ਜਿਹੜਾ ਅੰਦਰ ਪਾਉਂਦੇ ਹੋ, ਕੀ ਉਹ ਜਿਹੜਾ ਨੁਕਸਾਨਦੇਹ ਤਾਂ ਨਹੀਂ ਹੁੰਦਾ, ਕੋਈ ਦਿੱਕਤ ਤਾਂ ਨਹੀਂ? ਨਾ, ਬਿਲਕੁਲ ਵੀ ਦਿੱਕਤ ਨਹੀਂ ਦਿੰਦਾ ਨਾ, ਔਰ ਸਾਰੀ ਉਮਰ ਉਹ ਠੀਕ ਰਹਿੰਦਾ, ਬਿਲਕੁਲ ਠੀਕ ਰਹਿੰਦਾ ਹੈ। ਹਾਂਜੀ, ਹਾਂ। ਜਿਹੜੇ ਕਾਸਮੈਟਿਕ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ, ਉਹਦੇ ਬਾਰੇ ਕਰ ਲਈਏ, ਉਹ ਕੀ ਚੀਜ਼ ਦਾ ਬਣਿਆ ਹੁੰਦਾ, ਜਾਂ ਕਹਦੇ ਵੀ ਉਹ ਕੋਈ ਦਿੱਕਤ ਤਾਂ ਨਹੀਂ ਹੁੰਦੀ? ਕਈ ਵਾਰ ਕਈਆਂ ਦੇ ਪਾਉਣ ਨਾਲ ਅੱਖਾਂ ਦਰਦ ਵੀ ਕਰਦੀਆਂ ਨੇ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜਿਹੜੇ ਕੰਟੈਕਟ ਲੈਂਸ ਮੈਂ ਤੁਹਾਨੂੰ ਦੱਸਿਆ ਕਿ ਗਰਲਸ ਯੂਜ਼ਲੀ ਮੈਰਿਜੇਬਲ ਏਜ ਦੇ ਵਿੱਚ ਯੂਜ਼ ਕਰਦੀਆਂ ਨੇ। ਇਹ ਕਾਸਮੈਟਿਕ ਇੱਕ ਤਰ੍ਹਾਂ ਦਾ ਉਹ ਹੈ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ, ਔਰ ਇਹਦੇ ਵਿੱਚ ਕਈ ਦਫਾ ਜਦੋਂ ਵੀ ਅਸੀਂ ਲੈਂਸ ਕੰਟੈਕਟ ਲੈਂਸ ਯੂਜ਼ ਕਰਨਾ ਹੈ ਤਾਂ ਉਹਨੂੰ ਪਹਿਲਾਂ ਸਟਰਲਾਈਜ਼ ਕਰਨਾ ਪੈਂਦਾ ਹੈ। ਲਿਕੁਇਡ ਆਉਂਦਾ ਸਟਰਲਾਈਜੇਸ਼ਨ ਵਾਸਤੇ, ਉਹਦੇ ਵਿੱਚ ਪ੍ਰੋਪਰਲੀ ਉਹਨੂੰ ਸਟਰਲਾਈਜ਼ ਕਰੋ, ਸਟਰਲਾਈਜ਼ ਕਰਕੇ ਫਿਰ ਲਗਾਉਣਾ ਪੈਂਦਾ ਹੈ। ਸਪੋਜ਼ ਕਰੋ ਤੁਸੀਂ ਪ੍ਰੋਪਰਲੀ ਉਹਨੂੰ ਸਟਰਲਾਈਜ਼ ਨਹੀਂ ਕੀਤਾ, ਤੁਸੀਂ ਉਹਨੂੰ ਨਹੀਂ ਕੀਤਾ, ਤਾਂ ਉਹ ਅੱਖ ਦੇ ਵਿੱਚ ਕੋਰਨੀਆ ਦੇ ਉੱਤੇ ਇੰਜਰੀ ਕਰ ਸਕਦਾ ਹੈ, ਜ਼ਖਮ ਕਰ ਸਕਦਾ ਹੈ, ਔਰ ਤੁਹਾਡੀ ਅੱਖ ਨੂੰ ਨੁਕਸਾਨ ਹੋ ਸਕਦਾ ਹੈ। ਜਿੰਨੀ ਵਾਰ ਵੀ ਤੁਸੀਂ ਕਹਿੰਦੇ ਕਿ ਯੂਜ਼ ਕਰੋ, ਉਸ ਦਿਨ ਵਾਰ ਆਪਣੇ ਪ੍ਰੋਪਰਲੀ ਹੈਂਡ ਵਾਸ਼ ਕਰਕੇ, ਪ੍ਰੋਪਰਲੀ ਟੈਕਨੀਕ ਨਾਲ ਜਿਹੜਾ ਨਹੀਂ, ਕਲੀਨਿੰਗ ਸੋਲਿਊਸ਼ਨ ਆਉਂਦਾ ਹੈ, ਉਹਦੇ ਵਿੱਚ ਤੁਹਾਨੂੰ ਡਿਪ ਕਰਨਾ ਪੈਂਦਾ, ਡਿਪ ਕਰਕੇ ਉਹਨੂੰ ਰੱਖਣਾ ਪੈਂਦਾ ਥੋੜ੍ਹੀ ਦੇਰ, ਤਾਂ ਕਿ ਉਹ ਸਟਰਲਾਈਜ਼ ਹੋ ਜਾਏਗਾ। ਫਿਰ ਤੁਸੀਂ ਉਹਨੂੰ ਯੂਜ਼ ਕਰੋ, ਦੈਨ ਇਟਸ ਆਫ ਨੋ ਡੇਂਜਰ। ਐਜ਼ ਡਾਕਟਰ ਤੁਸੀਂ ਕੀ ਰਿਕਮੈਂਡ ਕਰਦੇ ਹੋ ਕਿ ਇਹ ਜਿਹੜੇ ਨੇ ਕਾਸਮੈਟਿਕ ਇਹ ਯੂਜ਼ ਕਰਨੇ ਚਾਹੀਦਾ, ਕਿ ਜੇ ਅੱਖ ਨਿਗਾਹ ਵਾਸਤੇ ਕਰਨਾ ਫਿਰ ਪਰਮਾਨੈਂਟ ਕਿਉਂ ਨਹੀਂ ਜਿਹੜਾ ਪਵਾ ਲੈਂਦੇ? ਨਹੀਂ, ਉਹੀ ਮੈਂ ਦੱਸਿਆ ਨਾ, ਇੱਕ ਕਾਸਮੈਟਿਕ ਹੈ, ਇਟਸ ਅ ਕਾਸਮੈਟਿਕ ਸਰਜਰੀ। ਤਾਂ ਕਿਉਂਕਿ ਸਿਰਫ ਉਹੀ ਦੱਸਿਆ ਕਿ ਕਈ ਲੋਕ ਨਹੀਂ ਚਾਹੁੰਦੇ ਐਨਕ ਲਗਾਉਣ ਲਈ, ਉਹਨਾਂ ਨੂੰ ਫੋਬੀਆ ਹੁੰਦਾ ਐਨਕ ਲਗਾਉਣਾ, ਸੋ ਉਹ ਲੋਕ ਇਸ ਨੂੰ ਯੂਜ਼ ਕਰਦੇ ਨੇ। ਅਦਰਵਾਈਜ਼ ਜਿਹੜਾ ਹੈ ਸਪੈਕਸ ਹੀ ਯੂਜ਼ ਕਰਨੀ ਚਾਹੀਦੀ। ਵੈਸੇ ਸਪੈਕਸ, ਹਾਂ, ਇਹ ਪੁਆਇੰਟ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਵੀ ਸਪੈਕਸ ਤੋਂ ਅਸੀਂ ਤਰੀਕਾ ਦਾ ਲੱਭ ਲਿਆ ਕਾਸਮੈਟਿਕ ਤੇ ਜਾਣ ਦਾ, ਪਰ ਕੀ ਜਿਹੜਾ ਇਹ ਲਾਹੇਬੰਦ ਹੈ ਸਪੈਕਸ ਦੇ ਅਕੋਰਡਿੰਗ? ਹਾਂ, ਇਹ ਸਪੈਕਸ ਜਿਹੜੇ ਹੈ ਉਹ ਬਿਲਕੁਲ ਠੀਕ ਹੈ, ਲਗਾਉਣੇ ਚਾਹੀਦੇ ਹੈ, ਜਿੱਥੇ ਜ਼ਰੂਰਤ ਹੈ ਜ਼ਰੂਰ ਲਗਾਉਣੇ ਚਾਹੀਦੇ ਨੇ। ਔਰ ਜਿਹੜਾ ਮੈਂ ਦੱਸਿਆ ਵੀ ਕੰਟੈਕਟ ਲੈਂਸ ਦਾ, ਤਾਂ ਉਹ ਸਿਰਫ ਕਾਸਮੈਟਿਕ ਹੀ ਹੈ, ਉਹਨੂੰ ਸੋਲਵ ਕਰਦੇ ਨੇ, ਔਰ ਮੋਸਟਲੀ ਯੰਗਰ ਏਜ ਦੇ ਵਿੱਚ। ਉਸ ਤੋਂ ਬਾਅਦ ਇਹਦਾ ਕੋਈ ਬਹੁਤ ਰੋਲ ਨਹੀਂ ਹੈ, ਕਿਉਂਕਿ ਇਹਨੂੰ ਸੰਭਾਲਣ ਵੀ ਬੜੀ ਔਖਾ ਹੁੰਦਾ, ਮੁਸ਼ਕਿਲ ਹੁੰਦਾ ਸੰਭਾਲਣਾ ਵੀ, ਕਿਉਂਕਿ ਅਗਰ ਥੋੜ੍ਹਾ ਜਿਹਾ ਵੀ ਕੋਈ ਨੀਚੇ ਗਿਰ ਜਾਏ, ਹੋਰ ਹੋ ਜਾਏ, ਤਾਂ ਇਹ ਖਰਾਬ ਹੋ ਜਾਂਦਾ ਹੈ, ਸੰਭਾਲਣਾ ਬਹੁਤ ਮੁਸ਼ਕਿਲ। ਅੱਜ ਕੱਲ੍ਹ ਨਾ ਤੁਸੀਂ ਗੱਲ ਹੁਣ ਜਿਵੇਂ ਕਾਸਮੈਟਿਕ ਦੇ ਵਿੱਚ ਹੋਰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਿਆ ਕਿ ਲੋਕ ਨਾ ਆਪਣੀ ਅੱਖਾਂ ਦਾ ਕਲਰ ਚੇਂਜ ਕਰ ਲੈਂਦੇ ਨੇ, ਬੜੇ ਕਲਰਫੁੱਲ ਜਿਹੜੇ ਲੈਂਸ ਯੂਜ਼, ਉਹ ਕੀ ਹੁੰਦੇ, ਕਿ ਉਹ ਹਾਨੀਕਾਰਕ ਨਹੀਂ ਹੁੰਦੇ ਜੇ ਆਪਾਂ ਯੂਜ਼ ਕਰਦੇ ਹਾਂ, ਜਾਂ ਨਹੀਂ ਨੋਰਮਲ ਹੀ ਰਹਿੰਦਾ? ਹਾਂ, ਤੁਹਾਡੀ ਗੱਲ ਬਹੁਤ ਅੱਛੀ ਹੈ, ਤੁਸੀਂ ਪੁੱਛਿਆ। ਇਹ ਜਿਹੜਾ ਹੈ ਯੂਜ਼ ਕਰਦੇ ਹੈ ਉਹ ਡਿਫਰੈਂਟ ਕਲਰਸ ਦੇ ਹੈ। ਅਗੇਨ ਇਟਸ ਅਗੇਨ ਕਾਸਮੈਟਿਕ, ਤਾਂ ਕਿ ਮੇਰੀ ਅੱਖਾਂ ਅੱਛੀਆਂ ਲੱਗਣ, ਇਸ ਕਰਕੇ ਸਪੈਸ਼ਲੀ ਲੇਡੀਜ਼ ਇਹ ਯੂਜ਼ ਕਰ ਦਿੰਦੀਆਂ ਨੇ। ਜੈਂਟਸ ਤੇ ਮੈਂ ਨਹੀਂ ਦੇਖਿਆ ਕਦੇ ਵੀ ਕੋਈ ਯੂਜ਼ ਕਰਦਾ ਹੋਏ, ਤਾਂ ਇਟਸ ਕੋਈ ਐਸੀ ਗੱਲ ਨਹੀਂ ਹੈ, ਕੋਈ ਨੁਕਸਾਨ ਨਹੀਂ ਹੈ। ਮਤਲਬ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਨੁਕਸਾਨ ਨਹੀਂ ਹੈ। ਯੂਜ਼ ਨਾਰਮਲੀ ਅਸੀਂ ਯੂਜ਼ ਨਾਰਮਲੀ ਕਰ ਸਕਦੇ ਹਾਂ, ਬਸ ਇਹੀ ਹੈ ਕਿ ਉਹਦੀ ਪ੍ਰੋਪਰ ਸਟਰਲਾਈਜੇਸ਼ਨ ਜ਼ਰੂਰੀ ਹੈ।
ਸਟਰਲਾਈਜੇਸ਼ਨ ਜ਼ਰੂਰੀ ਹੈ। ਅਗਰ ਸਟਰਲਾਈਜੇਸ਼ਨ ਪ੍ਰੋਪਰ ਨਹੀਂ ਹੈ ਤਾਂ ਉਹ ਤੁਹਾਨੂੰ ਕੋਰਨੀਆ ਉੱਤੇ ਅਲਸਰ ਬਣ ਜਾਣਗੇ। ਕੋਰਨੀਆ ਜਿਹੜੀ ਹੈ ਦੈਟ ਇਜ਼ ਵਿੰਡੋ ਆਫ ਦਾ ਆਈ, ਅਗਰ ਉਹ ਡੈਮੇਜ ਹੋ ਜਾਂਦੀ ਹੈ, ਤੁਹਾਡੇ ਲਾਈਟ ਪਾਸ ਨਹੀਂ ਹੋਏਗੀ, ਲਾਈਟ ਪਾਸ ਨਹੀਂ ਹੋਏਗੀ ਤੇ ਅੰਧੇਰਾਪਨ ਆ ਜਾਂਦਾ ਹੈ। ਹਾਂ। ਹੁਣ ਅੱਖਾਂ ਦੇ ਕਈ ਵਾਰ ਅਸੀਂ ਐਸੇ ਮਰੀਜ਼ ਦੇਖਦੇ ਆ ਕਿ ਜਿਨ੍ਹਾਂ ਦੀਆਂ ਅੱਖਾਂ ਬਹੁਤ ਖੂਬਸੂਰਤ ਉਸ ਤਰੀਕੇ ਨਾਲ ਸਹੀ ਹੁੰਦੀਆਂ ਨੇ, ਪਰ ਉਹਨਾਂ ਨੂੰ ਦਿਖਣਾ ਬਿਲਕੁਲ ਬੰਦ ਹੋ ਜਾਂਦਾ, ਬੈਕ ਤੋਂ ਕਹਿ ਦਿੰਦੇ ਨੇ ਡਾਕਟਰ ਕਿ ਬੈਕ ਤੋਂ ਪ੍ਰੋਬਲਮ ਆਈ ਹੈ। ਉਹ ਕੀ ਕਾਰਨ ਰਹਿੰਦਾ ਵੀ ਅੱਖਾਂ ਦੀ? ਹਾਂ, ਅੱਖਾਂ ਦੇ ਵਿੱਚ ਜਿਹੜੇ ਬਲਾਈਂਡਨੈਸ ਨੂੰ ਆਪਾਂ ਕਹਿ ਦਈਏ, ਬਲਾਈਂਡਨੈਸ ਦੇ ਵਿੱਚ ਕਈ ਕਾਰਨ ਹੈ। ਬਲਾਈਂਡਨੈਸ ਦੇ ਕਈ ਕਾਰਨ ਹੈਗੇ। ਮੋਸਟ ਜਿਹੜਾ ਕਾਮਨ ਹੈ ਉਹ ਹੈ ਕੈਟਰੈਕਟ, ਚਿੱਟਾ ਮੋਤੀਆ, ਫਿਰ ਗਲਾਕੋਮਾ ਜਿਹਨੂੰ ਅਸੀਂ ਕਾਲਾ ਮੋਤੀਆ ਵੀ ਕਹਿ ਦਿੰਦੇ ਹਾਂ, ਠੀਕ ਹੈ। ਪਰ ਇਹ ਜਿਹੜੀ ਕੈਟਰੈਕਟ ਦੇ ਵਿੱਚ ਬਲਾਈਂਡਨੈਸ ਹੈ ਦੈਟ ਇਜ਼ 100% ਕਿਉਰੇਬਲ, ਅਗਰ ਉਹਨੂੰ ਪ੍ਰੋਪਰਲੀ ਆਪਾਂ ਪ੍ਰੋਪਰ ਸਟੇਜ 'ਤੇ ਡਿਟੈਕਟ ਕਰ ਲਈਏ, ਡਾਇਗਨੋਜ਼ ਕਰ ਲਈਏ। ਪਰ ਕਿਸੇ ਵੇਲੇ ਅਸੀਂ ਇਗਨੋਰ ਕਰ ਦਿੰਦੇ ਹਾਂ ਔਰ ਜਿਹੜਾ ਕੈਟਰੈਕਟ ਹੈ ਇਹ ਮੈਚੋਰ ਹੋ ਕੇ ਹਾਈਪਰ ਮੈਚੋਰ ਹੋ ਜਾਂਦਾ, ਜ਼ਿਆਦਾ ਪੱਕ ਜਾਂਦਾ ਔਰ ਸਵੋਲਨ ਹੋ ਜਾਂਦਾ ਔਰ ਉਹ ਜਗ੍ਹਾ ਘੇਰਦਾ ਹੈ, ਉਹਦੇ ਨਾਲ ਪ੍ਰੈਸ਼ਰ ਵੱਧ ਜਾਂਦਾ ਅੱਖ ਦੇ ਵਿੱਚ ਔਰ ਕਾਲਾ ਮੋਤੀਏ 'ਚ ਕਨਵਰਟ ਹੋ ਜਾਂਦਾ ਹੈ। ਸੋ ਅਗਰ ਚਿੱਟਾ ਮੋਤੀਆ ਅਸੀਂ ਉਹਨੂੰ ਨਹੀਂ ਡਾਇਗਨੋਜ਼ ਕਰਦੇ ਪ੍ਰੋਪਰ ਟਾਈਮ 'ਤੇ ਉੱਤੇ, ਉਹ ਓਵਰ ਹਾਈਪਰ ਮੈਚੋਰ ਹੋ ਕੇ ਕਾਲਾ ਮੋਤੀਆ ਦੀ ਸ਼ੇਪ ਅਖਤਿਆਰ ਕਰ ਲੈਂਦਾ ਔਰ ਨਿਗਾਹ ਜਾ ਸਕਦੀ ਹੈ। ਸੱਟ ਲੱਗ ਜਾਂਦੀ ਹੈ ਸਿਰ 'ਚ ਸੱਟ ਲੱਗਣ ਨਾਲ, ਕਿਉਂਕਿ ਮੈਂ ਇੱਕ ਦੋ ਐਸੇ ਸਪੋਰਟਸ ਪਰਸਨ ਮਿਲਿਆ ਜਿਨ੍ਹਾਂ ਦੇ ਸੱਟ ਲੱਗਣ ਨਾਲ ਅੱਖਾਂ ਦੀ ਲਾਈਟ ਜਿਹੜੀ ਉਹ ਖਤਮ ਹੋ ਗਈ, ਦਿਖਣਾ ਬੰਦ ਹੋ ਗਿਆ, ਤੇ ਪਰ ਅੱਖਾਂ ਸਾਰੀਆਂ ਸਹੀ ਸੀ ਤੇ ਪਿੱਛੋਂ ਬੇਨ ਦੀ ਕੋਈ ਪ੍ਰੋਬਲਮ ਹੈਗੀ, ਕੀ ਉਹਨਾਂ ਨੂੰ ਦੁਬਾਰਾ ਰਿਕਵਰ ਕੀਤਾ ਜਾ ਸਕਦਾ? ਹਾਂ, ਉਹ ਅੱਗੇ ਫਿਰ ਹੁਣ ਕਾਰਨ ਦੇਖਣਾ ਪਏਗਾ ਕਿ ਜਿਹੜੀ ਸੱਟ ਲੱਗੀ ਉਹ ਕਿਹੜੇ ਪੋਰਸ਼ਨ ਦੇ ਉੱਤੇ ਲੱਗੀ। ਪਹਿਲਾਂ ਤੇ ਫਰੰਟ 'ਤੇ ਪਹਿਲਾਂ ਕੋਰਨੀਆ ਆਉਂਦਾ, ਕੋਰਨੀਆ ਦੇ ਉੱਤੇ ਵੀ ਚੋਟ ਲੱਗ ਸਕਦੀ ਹੈ, ਕੋਰਨੀਆ ਨੂੰ ਪਰਫੋਰੇਟ ਕਰਕੇ ਕੋਈ ਇੰਜਰੀ ਜਾ ਸਕਦੀ ਹੈ ਔਰ ਉੱਥੇ ਜ਼ਖਮ ਵਗੈਰਾ ਹੋ ਸਕਦਾ ਹੈ। ਜ਼ਖਮ ਪ੍ਰੋਪਰਲੀ ਨਾ ਟਰੀਟ ਕੀਤਾ ਜਾਵੇ ਤਾਂ ਉਹ ਪਰਮਾਨੈਂਟ ਓਪੈਸਿਟੀ ਬਣ ਜਾਂਦੀ ਹੈ, ਉਹਦੇ ਉੱਤੇ ਵਾਈਟਸ, ਉਹਦਾ ਕੋਰਨੀਆ ਜਿਹੜਾ ਵਾਈਟ ਹੋ ਜਾਂਦਾ ਔਰ ਲਾਈਟ ਪਾਸ ਨਹੀਂ ਹੁੰਦੀ, ਬਲਾਈਂਡਨੈਸ ਹੋ ਸਕਦੀ ਹੈ। ਔਰ ਅਗਰ ਸੱਟ ਡੂੰਘੀ ਜਾਂਦੀ ਹੈ ਤਾਂ ਜਿਹੜਾ ਅੰਦਰ ਲੈਂਸ ਹੈ ਉਹਦੇ ਉੱਤੇ ਵੀ ਚੋਟ ਲੱਗ ਸਕਦੀ ਹੈ। ਲੈਂਸ ਜਿਹੜਾ ਹੈ ਚੋਟ ਲੱਗਣ ਦੇ ਨਾਲ ਉਹਦੇ 'ਚ ਚਿੱਟਾ ਮੋਤੀਆ, ਟਰੋਮੈਟਿਕ ਕੈਟਰੈਕਟ ਕਹਿੰਦੇ ਅਸੀਂ, ਉਹ ਹੋ ਸਕਦਾ ਹੈ। ਥਰਡਲੀ, ਅਗਰ ਉਹੀ ਚੋਟ ਅਗਰ ਕੋਈ ਚੀਜ਼ ਹੈ ਪਰ ਬਹੁਤ ਸ਼ਾਰਪ ਹੈ, ਪਿੱਛੇ ਜਾ ਕੇ ਰੈਟਿਨਾ 'ਤੇ ਲੱਗੀ ਹੈ ਤਾਂ ਰੈਟਿਨਾ ਨੂੰ ਵੀ ਉਹ ਡੈਮੇਜ ਕਰ ਸਕਦਾ ਹੈ ਔਰ ਪਿੱਛੇ ਵਿਟਰੀਸ ਦੇ ਵਿੱਚ ਹੈਮਰੇਜ ਹੋ ਜਾਂਦੀ ਹੈ। ਹੈਮਰੇਜ ਕਈ ਦਫਾ ਠੀਕ ਹੋ ਜਾਂਦੀ ਹੈ ਪਰ ਰੈਟਿਨਾ ਦੇ ਉੱਤੇ ਰੈਟਿਨਾ ਕਈ ਵਾਰੀ ਪਰਦਾ ਜਿਹੜਾ ਇਨਰ ਮੋਸਟ ਹੁੰਦਾ, ਜਿਹੜਾ ਕਿ ਰੈਟਿਨਾ ਉਹ ਆਪਣੀ ਰੋਸ਼ਨੀ ਨੂੰ ਦਿਮਾਗ 'ਚ ਲੈ ਕੇ ਜਾਂਦਾ, ਉਹਨੂੰ ਡੈਮੇਜ ਹੋ ਜਾਂਦਾ, ਉਹ ਫਿਰ ਪਰਮਾਨੈਂਟ ਡਿਫੈਕਟ ਪੈ ਜਾਂਦਾ ਹੈ, ਉਹ ਠੀਕ ਹੋਣ ਵਾਲਾ ਨਹੀਂ ਹੁੰਦਾ। ਹਾਂ। ਹੁਣ ਆਪਾਂ ਜਿਹੜੀ ਨਾਰਮਲ ਇੱਕ ਗੱਲ ਕਰੀਏ, ਆਮ ਕਾਮਨ ਗੱਲ ਲੋਕਾਂ ਦੇ, ਜਦ ਅਸੀਂ ਕਦੇ ਟਰੈਵਲ ਕਰਦੇ ਅੱਖਾਂ 'ਚ ਕਦੇ ਮਿੱਟੀ ਪੈ ਗਈ, ਕਦੇ ਕੱਟਾ ਪੈ ਗਿਆ, ਤਾਂ ਅਸੀਂ ਉਹਦੇ ਲਈ ਪਾਣੀ ਅੱਖਾਂ 'ਚ ਮਾਰਦੇ ਹਾਂ। ਕੀ ਉਹ ਸਹੀ ਤਰੀਕਾ ਹੈ ਵੀ ਅੱਖਾਂ 'ਚੋਂ ਮਿੱਟੀ ਕੱਢਣ ਦਾ ਜਾਂ ਅੱਖਾਂ ਸਾਫ਼? ਹਾਂ, ਨਹੀਂ, ਮੈਂ ਸਮਝਦਾ ਕਿ ਅਗਰ ਕੋਈ ਡਸਟ ਪਾਰਟੀਕਲ ਵਗੈਰਾ ਅਗਰ ਪੈ ਜਾਂਦਾ ਤਾਂ ਤੁਸੀਂ ਉਹਨੂੰ ਨਾ ਛੇੜੋ ਤਾਂ ਜ਼ਿਆਦਾ ਅੱਛਾ ਹੈ, ਕਿਉਂਕਿ ਅੱਖਾਂ ਦੇ ਵਿੱਚ ਛਿੱਟੇ ਮਾਰਨ ਦੇ ਨਾਲ ਅੱਖਾਂ ਦੇ ਵਿੱਚ ਇੰਜਰੀ ਹੋ ਸਕਦੀ ਹੈ। ਪਰ ਤੁਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਫੋਰਨ ਬੋਡੀ ਅੱਖ ਦੇ ਵਿੱਚ ਪੈ ਜਾਏ ਤਾਂ ਆਪਣੇ ਸਪੈਸ਼ਲਿਸਟ ਡਾਕਟਰ ਨੂੰ ਕੰਸਲਟ ਕਰੋ ਤਾਂ ਕਿ ਉਹ ਅਗਰ ਫੋਰਨ ਬੋਡੀ ਪਈ ਹੋਏਗੀ ਕੋਰਨੀਆ ਉੱਤੇ, ਕੰਜਕਟਾਈਵਾ ਉੱਤੇ, ਉਹਨੂੰ ਰਿਮੂਵ ਕਰ ਸਕੇ। ਅਦਰਵਾਈਜ਼ ਅਗਰ ਉਹ ਫੋਰਨ ਬੋਡੀ ਅਸੀਂ ਰਿਮੂਵ ਨਹੀਂ ਕਰਾਂਗੇ ਤਾਂ ਫਰਦਰ ਕੰਪਲੀਕੇਸ਼ਨਸ ਹੋ ਸਕਦੀਆਂ ਨੇ। ਜੇ ਕੁਇਕ ਮਤਲਬ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ? ਫਸਟ ਏਡ ਕੀ ਹੁੰਦੀ ਹੈ? ਘਰੇ ਬੰਦਾ ਕੀ ਇਲਾਜ? ਫਸਟ ਏਡ, ਠੀਕ ਹੈ ਤੁਹਾਡੀ ਗੱਲ, ਕਿ ਅੱਖਾਂ ਵਿੱਚ ਚੁੱਲ੍ਹੀ 'ਚ ਪਾਣੀ ਲਵੋ, ਆਪ ਪਾਣੀ ਲੈ ਕੇ ਉਹ 'ਚ ਅੱਖਾਂ ਖੋਲ੍ਹੋ ਬੰਦ ਕਰੋ, ਖੋਲ੍ਹੋ ਬੰਦ ਕਰੋ, ਪ੍ਰੋਪਰ ਵੇ ਜਿਹੜਾ ਹੈ ਛਿੱਟੇ ਮਾਰਨ ਦੀ ਬਜਾਏ ਤੁਸੀਂ ਚੁੱਲ੍ਹੀ ਵਿੱਚ ਪਾਣੀ ਲੈ ਕੇ ਉਹ 'ਚ ਅੱਖਾਂ ਖੋਲ੍ਹੋ ਬੰਦ ਕਰੋ ਤਾਂ ਉਹਦੇ ਨਾਲ ਕਈ ਦਫਾ ਪਾਰਟੀਕਲ ਜਿਹੜਾ ਬਾਹਰ ਆ ਸਕਦਾ ਹੈ। ਅਗਰ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਡਾਕਟਰ ਨੂੰ ਡਾਇਰੈਕਟ ਜਿਹੜੇ ਛਿੱਟੇ ਨਹੀਂ ਮਾਰਨੇ, ਪਾਣੀ ਭਰ ਕੇ ਉਹਦੇ ਵਿੱਚ ਉਹਨੂੰ ਯੂਜ਼ ਕਰਕੇ ਅੱਖਾਂ ਕਲੀਅਰ ਕਰਨਾ। ਹਾਂ, ਦੈਟ ਇਜ਼ ਦ ਪ੍ਰੋਪਰ ਵੇ। ਕਈ ਐਸੀ ਮੈਡੀਸਨ, ਪਰ ਇਮੀਡੀਏਟਲੀ ਤੁਹਾਨੂੰ ਕੰਸਲਟ ਕਰਨਾ ਚਾਹੀਦਾ ਟੂ ਸਪੈਸ਼ਲਿਸਟ। ਡਾਕਟਰ ਸਾਹਿਬ, ਕਈ ਵਾਰ ਇਹ ਹੁੰਦਾ ਕਿ ਆਪਣਾ ਕਈ ਲੋਕ ਨੇ ਜਾਂ ਕਈ ਐਸੇ ਕਿ ਕੋਈ ਅੱਖਾਂ ਦੇ ਵਿੱਚ ਦਵਾਈ ਪਾਉਣੀ ਸ਼ੁਰੂ ਕਰ ਦਿੰਦੇ ਨੇ ਰਿਲੈਕਸ ਕਰਨ ਲਈ, ਆਈਜ਼ ਨੂੰ ਰਿਲੈਕਸ ਕਰਨ ਲਈ, ਕੋਈ ਨਾ ਕੋਈ ਹੁੰਦਾ। ਕਈ ਇਹ ਹੁੰਦਾ ਕਿ ਡਾਕਟਰ ਦੀ ਬਿਨਾਂ ਸਲਾਹ ਤੋਂ ਜਦ ਅਸੀਂ ਇਹ ਸਭ ਕੁਝ ਯੂਜ਼ ਕਰਦੇ ਹਾਂ ਤਾਂ ਨੁਕਸਾਨ ਕਰਾ ਸਕਦੇ ਹਾਂ ਅਸੀਂ। ਨਹੀਂ, ਐਸੀ ਕੋਈ ਗੱਲ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਤਾਂ ਬਹੁਤ ਘੱਟ ਹੈ। ਪਹਿਲਾਂ ਕਿਸੇ ਵੇਲੇ ਟ੍ਰਿਕੋਮਾ ਜਿਹੜਾ ਹੈ, ਜਿਹਨੂੰ ਅਸੀਂ ਕੁੱਕਰੇ ਕਹਿੰਦੇ ਹਾਂ, ਉਹ ਬਹੁਤ ਕਾਮਨ ਸੀਗਾ ਔਰ ਇਹ ਕੁੱਕਰੇ ਜਿਹੜੇ ਹੈ ਡਸਟ ਪਾਰਟੀਕਲ ਵਗੈਰਾ ਦੇ ਉੱਤੇ ਹੋ ਜਾਂਦੇ ਸੀ, ਟ੍ਰਿਕੋਮਾ ਹੋ ਜਾਂਦਾ ਸੀ। ਟ੍ਰਿਕੋਮਾ ਦੇ ਨਾਲ ਕਈ ਉਹਦੀਆਂ ਕੰਪਲੀਕੇਸ਼ਨਸ ਹੋ ਜਾਂਦੀਆਂ ਸੀ ਤਾਂ ਨਿਗਾਹ ਨੂੰ ਉੱਤੇ ਅਸਰ ਪੈਂਦਾ ਸੀ, ਬੁਰਾ ਅਸਰ ਪੈਂਦਾ ਸੀਗਾ।
ਤਾਂ ਉਸ ਨੂੰ ਰੋਕਣ ਵਾਸਤੇ ਅਸੀਂ ਰੋਜ਼ ਦੇਖੋ ਬਾਹਰ ਘੁੰਮਦੇ ਹਾਂ, ਫਿਰਦੇ ਹਾਂ, ਡਸਟ ਪਾਰਟੀਕਲ ਅੱਖ ਦੇ ਵਿੱਚ ਜਾਂਦੇ ਰਹਿੰਦੇ ਨੇ। ਉਸ ਤੋਂ ਕੋਈ ਹਰਜ ਨਹੀਂ ਹੈ ਅਗਰ ਸ਼ਾਮ ਨੂੰ ਤੁਸੀਂ ਐਂਟੀਬਾਇਓਟਿਕ ਕੋਈ ਡ੍ਰੌਪਸ ਦੀ ਡ੍ਰੌਪ ਯੂਜ਼ ਕਰ ਲਓ, ਕੋਈ ਨੁਕਸਾਨ ਨਹੀਂ ਹੈ। ਪਰ ਸਟੀਰਾਇਡ ਅਵੋਇਡ ਕਰਨੇ ਚਾਹੀਦੇ ਹੈ, ਸਟੀਰਾਇਡ ਅਵੋਇਡ ਕਰਨੇ ਚਾਹੀਦੇ ਨੇ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਇੰਡੀਕੇਟਡ ਨਾ ਹੋਣ। ਤੁਸੀਂ ਹਰ ਪ੍ਰੋਬਲਮਸ ਦੱਸ ਰਹੇ ਹੋ, ਅੱਜ ਦੱਸ ਵੀ ਰਹੇ ਹੋ ਕਿ ਨਿਗਾਹ ਜਿਹੜੀ ਹੈ ਕਿਵੇਂ ਘਟਦੀ ਆ। ਹੁਣ ਇੱਕ ਵੱਡੀ ਗੱਲ ਹੈ ਕਿ ਇਹਨੂੰ ਰੋਕਿਆ ਕਿਵੇਂ ਜਾਵੇ ਨਿਗਾਹ ਘਟਦੀ ਨੂੰ? ਕੀ ਇਹਨੂੰ ਰੋਕਿਆ ਜਾ ਸਕਦਾ ਹੈ ਕਿਸੇ ਤਰੀਕੇ ਨਾਲ, ਜਾਂ ਇਹਨੂੰ ਰਿਵਾਈਵ ਕੀਤਾ ਜਾ ਸਕਦਾ, ਜਾਂ ਸਿਰਫ ਇਹ ਹੈ ਵੀ ਸਟਾਪ ਲੱਗ ਜਾਂਦਾ ਤੇ ਰਿਵਾਈਵ ਜਿਹੜੀ ਉਹ ਨਹੀਂ ਹੁੰਦੀ? ਨਹੀਂ, ਇਹਨੂੰ ਅਸੀਂ ਰੋਕਿਆ ਨਹੀਂ ਜਾ ਸਕਦਾ, ਨਹੀਂ ਰੋਕਿਆ ਜਾ ਸਕਦਾ। ਪੇਸ਼ੈਂਟਸ ਆ ਕੇ ਪੁੱਛਦੇ ਨੇ ਕਿ ਜੀ ਇਹ ਕਿਸ ਤਰ੍ਹਾਂ ਨਿਗਾਹ ਸਾਡੀ ਅੱਗੇ ਹੋਰ ਫਰਦਰ ਡਿਟੀਰੀਓਰੇਟ ਨਾ ਹੋਵੇ। ਨਾ, ਇਹ ਨੈਚੁਰਲ ਪ੍ਰੋਸੈਸ ਹੈ, ਇਹ ਤੁਹਾਡਾ ਆਪਣੇ ਆਪ ਹੀ ਉਹਦੇ ਕੰਟਰੋਲ 'ਚ, ਆਪਣੇ ਕੰਟਰੋਲ 'ਚ ਨਹੀਂ ਹੈ। ਡਾਕਟਰ ਜਿਹੜੇ ਕਹਿ ਦਿੰਦੇ ਆ ਕਿ ਤੁਹਾਡੇ 1 ਨੰਬਰ ਦੀ ਐਨਕ ਲੱਗ ਗਈ ਆ, ਹੁਣ ਨੰਬਰ ਨਹੀਂ ਵਧੂਗਾ, ਇਹ 1.5 ਨਹੀਂ ਹੋਵੇਗਾ। ਨਹੀਂ, ਗਲਤ ਹੈ, ਗਲਤ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ 40 ਸਾਲ ਤੋਂ ਬਾਅਦ ਇਹਨੂੰ ਜਿਹੜੀ ਕੰਡੀਸ਼ਨ ਹੈ ਦੈਟ ਉਹਨੂੰ ਅਸੀਂ ਪ੍ਰੈਸ ਬਾਇਓਪੀਆ ਕਹਿੰਦੇ ਆ। ਹਰ 2-3 ਸਾਲ ਦੇ ਬਾਅਦ ਅੱਧਾ ਨੰਬਰ ਵੱਧ ਜਾਂਦਾ ਹੈ, 2-3 ਸਾਲ ਤੋਂ ਬਾਅਦ ਅੱਧਾ ਨੰਬਰ ਵੱਧ ਜਾਂਦਾ ਹੈ। ਔਰ 60 ਸਾਲ ਦੇ ਬਾਅਦ ਦੇ ਵਿੱਚ ਦੂਸਰੀਆਂ ਚੇਂਜਸ ਆ ਜਾਂਦੀਆਂ ਨੇ, ਕੈਟਰੈਕਟ ਹੋਇਆ, ਗਲਾਕੋਮਾ ਹੋਇਆ, ਉਹਦੇ ਕਰਕੇ ਫਿਰ ਜਿਹੜੇ ਨੰਬਰ ਚੇਂਜ ਹੋ ਜਾਂਦੇ ਨੇ। ਜਿਹੜੇ ਯੰਗਸਟਰ ਨੇ, ਹੁਣ ਜਿਵੇਂ ਛੋਟੇ ਬੱਚੇ ਨੇ, ਉਹਨਾਂ ਦੀ ਜੇ ਨਿਗਾਹ ਜਿਹੜੀ ਆ ਉਹ ਮਤਲਬ ਜ਼ਿਆਦਾ ਨੰਬਰ ਵੱਡਾ ਹੁੰਦਾ ਆ, ਕੀ ਉਹ ਕੋਈ ਐਸੇ ਤਰੀਕੇ ਨਾਲ ਉਹਨਾਂ ਦਾ ਨੰਬਰ ਸੈੱਟ ਕੀਤਾ ਜਾ ਸਕਦਾ ਜਾਂ ਘਟਾਇਆ ਜਾ ਸਕਦਾ ਆ, ਜਿਵੇਂ ਕੋਈ ਦਵਾਈਆਂ ਦਾ ਕੋਰਸ ਕੀਤਾ ਜਾਵੇ ਜਾਂ ਲਗਾਤਾਰ ਕੁਛ ਅੱਖਾਂ 'ਚ ਪਾਇਆ ਜਾਵੇ? ਹਾਂ, ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇਹਨੂੰ ਅਸੀਂ ਘਟਾ ਨਹੀਂ ਸਕਦੇ। ਸਿਰਫ ਇਹ ਹੈ ਕਿ ਲੇਜ਼ਰ ਟਰੀਟਮੈਂਟ ਦੇ ਨਾਲ ਅਸੀਂ ਕੁਝ ਨੰਬਰ ਘਟਾ ਸਕਦੇ ਹਾਂ। ਲੇਜ਼ਰ ਟਰੀਟਮੈਂਟ ਜਿਹੜਾ ਹੈ ਉਹਦੇ ਵਿੱਚ ਕੋਰਨੀਆ ਦੀ ਅਸੀਂ ਜਿਹੜੀ ਥਿਕਨੈਸ ਹੈ ਉਹਨੂੰ ਘਟਾ ਦਿੰਦੇ ਹਾਂ, ਔਰ ਉਹਦੇ ਨਾਲ ਅਪ ਟੂ 4-5 ਨੰਬਰ ਤੱਕ ਜਿਹੜਾ ਹੈ ਉਹ ਨੰਬਰ ਖਤਮ ਹੋ ਜਾਂਦਾ ਹੈ। ਹਾਂ, ਮਤਲਬ ਵੱਡਾ ਅਸਰ ਹੋ ਜਾਂਦਾ ਨਾ। ਡਾਕਟਰ ਸਾਹਿਬ, ਹੁਣ ਇੱਕ ਆਖਰੀ ਸਵਾਲ ਹੈ। ਉਹ ਫਿਰ ਇਹੀ ਹੈ ਕਿ ਉਹ ਅਗੇਨ ਇਟਸ ਅ ਕਾਸਮੈਟਿਕ, ਹਾਂਜੀ, ਔਰ ਮੋਸਟਲੀ ਯੰਗਰ ਜਨਰੇਸ਼ਨ ਜਿਹੜੇ ਕਿ ਉਹ ਇਹ ਯੂਜ਼ ਕਰਦੇ ਨੇ। ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਹੁਣ ਇਹ ਹੈਗਾ ਕਿ ਅੱਖਾਂ ਦੇ ਲਈ ਕੋਈ ਐਕਸਰਸਾਈਜ਼ ਹੁੰਦੀ ਹੈ ਵੀ ਅਸੀਂ ਐਕਸਰਸਾਈਜ਼ ਕਰ ਸਕੀਏ ਜਾਂ ਉਹਨੂੰ ਰੂਟੀਨ ਨਾਲ ਕਰੀਏ ਤਾਂ ਤੰਦਰੁਸਤ ਰਹੇ? ਹਾਂ, ਨਹੀਂ, ਠੀਕ ਹੈ, ਤੁਹਾਡੀ ਗੱਲ ਬਿਲਕੁਲ ਅੱਛੀ ਹੈ। ਅੱਖਾਂ ਦੇ ਲਈ ਐਕਸਰਸਾਈਜ਼ ਹੈ ਔਰ ਕਰਨੀ ਵੀ ਚਾਹੀਦੀ ਹੈ। ਅੱਖਾਂ ਦੀ ਜਿਹੜੀ ਮੂਵਮੈਂਟ ਹੈ ਇਹਨੂੰ ਅਸੀਂ ਜਿਹੜਾ ਕੰਟਰੋਲ ਕਰਦੇ ਹਾਂ, 6 ਮਸਲਸ ਹੈ ਜਿਹੜੇ ਕਿ ਇਹਨੂੰ ਕੰਟਰੋਲ ਕਰਦੇ ਨੇ। ਟੂ ਦਾ ਰਾਈਟ, ਲੈਫਟ, ਉੱਪਰ, ਨੀਚੇ, ਸਾਈਡ 'ਤੇ 6 ਮਸਲ ਜਿਹੜੇ ਆ ਉਹ ਕੰਮ ਕਰਦੇ ਨੇ। ਅਗਰ ਉਹ ਮਸਲਸ ਨੂੰ ਅਸੀਂ ਸਟਰੋਂਗ ਰੱਖਾਂਗੇ ਐਕਸਰਸਾਈਜ਼ ਦੇ ਨਾਲ ਤਾਂ ਇਹ ਜ਼ਿਆਦਾ ਯੂਜ਼ਫੁਲ ਰਹੇਗਾ। ਕੀ ਐਕਸਰਸਾਈਜ਼ ਕਰਨੀ ਚਾਹੀਦੀ ਹੈ? ਆਈ ਬੋਲ ਨੂੰ ਤੁਸੀਂ ਦੇਖੋ, ਰਾਈਟ, ਉੱਪਰ, ਨੀਚੇ, ਰਾਈਟ, ਲੈਫਟ, ਤੁਸੀਂ ਇਹਨੂੰ ਘੁਮਾਓ, ਇਹੀ ਮਸਲਸ ਦੀ ਐਕਸਰਸਾਈਜ਼ ਹੈ। ਕਿੰਨੇ ਟਾਈਮ ਹੈ ਜਿਹੜਾ ਤੁਸੀਂ ਰਿਕਮੈਂਡ ਕਰਦੇ ਹੋ? ਦਿਨ 'ਚ 2 ਵਾਰੀ ਕਰੋ, 2-2, 3-3 ਮਿੰਟ ਕਰੋ, ਜ਼ਿਆਦਾ ਕੋਈ ਜ਼ਰੂਰਤ ਨਹੀਂ ਹੈ। ਹਾਂ, ਮਤਲਬ ਬੈਟਰ ਹੈਗਾ ਹੈ? ਹਾਂ, ਬੈਟਰ ਹੈ। ਉਹਦੇ ਤੁਹਾਡੇ ਮਸਲਸ ਜਿਹੜੇ ਆ ਉਹ ਸਟਰੋਂਗ ਹੋ ਜਾਣਗੇ। ਕਈ ਦਫਾ ਕੀ ਹੁੰਦਾ ਹੈ, 6 ਮਸਲ ਮੈਂ ਤੁਹਾਨੂੰ ਦੱਸਿਆ, 6 ਮਸਲ ਹੁੰਦੇ ਨੇ। ਕਈ ਦਫਾ ਇੱਕ ਮਸਲ ਸਟਰੋਂਗ ਹੋ ਜਾਂਦਾ, ਇੱਕ ਮਸਲ ਵੀਕ ਹੋ ਜਾਂਦਾ। ਜਿਹੜਾ ਸਟਰੋਂਗ ਹੁੰਦਾ ਉਹ ਆਪਣੇ ਵੱਲ ਖਿੱਚ ਲੈਂਦਾ ਆਈ ਬੋਲ ਨੂੰ, ਉਹਨੂੰ ਅਸੀਂ ਟੀਰ ਕਹਿੰਦੇ ਹਾਂ ਜਾਂ ਸਕੁਇੰਟ ਕਹਿੰਦੇ ਹਾਂ। ਉਹ ਜਿਹੜੀ ਉਹ ਸਕੁਇੰਟ ਹੁੰਦੇ ਆ, ਉਹਦੇ ਵਿੱਚ ਮੇਨ ਕਾਰਨ ਜਿਹੜਾ ਹੈ ਮਸਲ ਇੰਬੈਲੈਂਸ ਹੈ। ਮਸਲ ਇੰਬੈਲੈਂਸ, ਇੱਕ ਮਸਲ ਸਟਰੋਂਗ ਹੋ ਗਿਆ, ਦੂਜਾ ਡਾਊਨ ਹੋ ਗਿਆ, तो अपनी तरफ खिंचेगा तो फर्क पेगा। ਸੋ ਡਾਕਟਰ ਸਾਹਿਬ, ਬੜੀਆਂ ਚੰਗੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਅੱਖਾਂ ਨੂੰ ਲੈ ਕੇ, ਕਿਉਂਕਿ ਬੜਾ ਕੀਮਤੀ ਅੰਗ ਹੈ ਸਾਡਾ ਇਹ। ਹਾਲਾਂਕਿ ਸਾਰੇ ਅੰਗ ਜਿਹੜੇ ਕੀਮਤੀ ਨੇ, ਪਰ ਇਹਦੇ ਨਾਲ ਦੁਨੀਆ ਜਿਹੜੀ ਆ ਫਿਰ ਉਹ ਧੁੰਦਲੀ ਹੋ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ। ਤੁਹਾਡਾ ਬਹੁਤ ਧੰਨਵਾਦ ਆ, ਤੁਸੀਂ ਜਿਹੜਾ ਅੱਜ ਸਮਾਂ ਦਿੱਤਾ ਹੈ। ਬਾਕੀ ਤੇ ਮੈਂ ਇੱਕ ਤੁਹਾਨੂੰ ਕਹਾਂਗਾ ਕਿ ਇੱਕ ਕ੍ਰੈਟੋਪਲਾਸਟੀ ਵੀ ਹੈ, ਥੋੜਾ ਜਿਹਾ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗਾ। ਸਪੋਜ਼ ਕਿਸੇ ਵੀ ਬਿਮਾਰੀ ਕਰਕੇ ਕੋਰਨੀਆ ਜਿਹੜਾ ਹੈ ਜਿਹਦੇ ਵਿੱਚੋਂ ਲਾਈਟ ਪਾਸ ਹੁੰਦੀ ਹੈ ਡੈਮੇਜ ਹੋ ਜਾਂਦਾ ਹੈ, ਚਿੱਟਾ ਹੋ ਜਾਂਦਾ, ਉਹ 'ਚੋਂ ਲਾਈਟ ਪਾਸ ਨਹੀਂ ਹੁੰਦੀ। ਉਹਦੇ ਵਿੱਚ ਅਗਰ ਪਿੱਛੇ ਸਾਰਾ ਕੁਝ ਠੀਕ ਹੈ, ਲੈਂਸ ਠੀਕ ਹੈ, ਵਿਟਰਸ ਠੀਕ ਹੈ, ਆਈ ਦੇ ਵਿੱਚ ਪ੍ਰੈਸ਼ਰ, ਇੰਟਰਾਓਕੂਲਰ ਪ੍ਰੈਸ਼ਰ ਠੀਕ ਹੈ, ਰੈਟੀਨਾ ਠੀਕ ਹੈ, ਆਪਟਿਕ ਨਰਵ ਠੀਕ ਹੈ, ਫਿਰ ਉਹਨੂੰ ਅਸੀਂ ਰਿਪਲੇਸ ਕਰ ਸਕਦੇ ਹਾਂ ਕੋਰਨੀਆ ਨੂੰ। ਡੈਡ ਬੋਡੀਜ਼ ਦੇ ਵਿੱਚੋਂ ਕੋਰਨੀਆ ਲੈ ਕੇ ਉਹਨੂੰ ਜਿਹੜਾ ਆਪਰੇਸ਼ਨ ਨੂੰ ਕ੍ਰੈਟੋਪਲਾਸਟੀ ਕਹਿੰਦੇ ਹਾਂ ਅਸੀਂ, ਉਹ ਕਰ ਸਕਦੇ ਹਾਂ। ਔਰ ਇਹ ਬੜੀ ਸਕਸੈਸਫੁਲ ਹੈ ਔਰ ਇਹ ਕਰਨੀ ਚਾਹੀਦੀ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਕੋਰਨੀਆ ਖਰਾਬ ਹੋ ਜਾਣ ਪਰ ਪਿੱਛੇ ਸਾਰਾ ਕੁਝ ਠੀਕ ਹੋਣਾ ਚਾਹੀਦਾ, ਇਹ ਸ਼ਰਤ ਹੈ। ਤਾਂ ਉਹ ਕੋਰਨੀਆ ਡੈਡ ਬੋਡੀ ਦੇ ਵਿੱਚੋਂ ਜਿਨ੍ਹਾਂ ਦਾ ਕੋਰਨੀਆ ਸਾਫ਼ ਹੋਵੇ, ਕੋਈ ਨਿਸ਼ਾਨ ਨਾ ਹੋਵੇ, ਉਹ ਕੋਰਨੀਆ ਆਪਾਂ ਰਿਪਲੇਸ ਕਰ ਸਕਦੇ ਹਾਂ।
ਕੈਰੇਟੋਪਲਾਸਟੀ ਹੋ ਸਕਦੀ ਹੈ, ਉਹਦੇ ਨਾਲ ਨਜ਼ਰ ਵਾਪਸ ਆ ਸਕਦੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ। ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਬਹੁਤ। ਔਰ ਇੱਕ ਮੈਸੇਜ ਮੈਂ ਦੇਣਾ ਚਾਹਾਂਗਾ ਕਿ ਫੈਸਟੀਵਲ ਸੀ ਨਹੀਂ, ਚਲੋ ਅੱਖਾਂ ਦੇ ਬਾਰੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਸਭ ਨੂੰ, ਸਾਨੂੰ ਸਭ ਨੂੰ ਹੀ ਹੈ। ਅੱਖਾਂ ਬੜੀਆਂ ਨਿਆਮਤ ਨੇ, ਅੱਖਾਂ ਹੈ ਤੇ ਸਭ ਕੁਝ ਹੈ, ਔਰ ਇਹਦੀ ਵੈਲਿਊ ਉਹੀ ਜਾਣਦੇ ਜਿਨ੍ਹਾਂ ਦੀ ਨਜ਼ਰ ਨਹੀਂ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਜਸਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੈ ਜੀ। ਹਾਂ, ਸੋ ਅੱਜ ਅਸੀਂ ਗੱਲ ਕੀਤੀ ਹੈ ਡਾਕਟਰ ਮਨਮੋਹਨ ਕੌਸ਼ਲ ਹੋਣਾ ਨਾਲ, ਜਿਹੜੇ ਕਿ ਆਈ ਸਪੈਸ਼ਲਿਸਟ ਨੇ। ਅੱਖਾਂ ਬਾਰੇ ਜਾਣਕਾਰੀ ਦਿੱਤੀ ਆ ਕਿ ਕੀ ਕਾਲਾ ਮੋਤੀਆ, ਕੀ ਚਿੱਟਾ ਮੋਤੀਆ ਹੁੰਦਾ, ਕਿਵੇਂ ਨਿਗਾਹ ਨੂੰ ਜਿਹੜਾ ਬਚਾਇਆ ਜਾ ਸਕਦਾ, ਕਿਵੇਂ ਅੱਖਾਂ ਨੂੰ ਤੰਦਰੁਸਤ ਰੱਖਿਆ ਜਾਂਦਾ, ਕੀ ਐਕਸਰਸਾਈਜ਼ ਕੀਤੀ ਜਾ ਸਕਦੀ ਹੈ। ਸੋ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਇਸੇ ਤਰ੍ਹਾਂ ਮਿਲਾਂਗੇ ਫਿਰ ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਨਾਲ। ਤਦ ਤੱਕ ਲਈ ਧੰਨਵਾਦ।